ਕਿਵੇਂ ਤੇ ਕਦੋਂ ਹੋਂਦ ਦੇ ਵਿੱਚ ਆਇਆ, ਇਹਨੂੰ ਲੈ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਫਿਲਮ ਦੇ ਪਟਕਥਾ, ਸੰਵਾਦ ਅਤੇ ਕਹਾਣੀ ਲਿਖਣ ਦੇ ਵਿੱਚ ਮਾਹਰ। ਹਾਲਾਂਕਿ ਉਹਨਾਂ ਦਾ ਇਹ ਜਿਹੜਾ ਫਿਲਮੀ ਸਫ਼ਰ ਹੈ ਕਾਫੀ ਲੰਬਾ ਚਲਾ ਗਿਆ ਔਰ ਉਹਦੇ ਵਿੱਚ ਸਮੇਂ-ਸਮੇਂ ਦੇ ਨਾਲ ਬਿਹਤਰੀ ਵੀ ਆਉਂਦੀ ਰਹੀ। ਮੁਖਤਾਰ ਜੀ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ, ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਧੰਨਵਾਦ ਪਰਮਿੰਦਰ ਜੀ, ਤੇ ਧੰਨਵਾਦ ਸਾਰੀਆਂ ਉਹਨਾਂ ਸ਼ਖਸੀਅਤਾਂ ਨੂੰ ਜਿਹੜੇ ਲਿਸਨਰਸ ਇਸ ਵੇਲੇ ਰੇਡੀਓ ਤਰੰਗਾ ਨਾਲ ਜੁੜੇ ਹੋਏ ਆ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਾਂ ਇਸੀ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਗੱਲ ਕਰਦੇ ਰਹੇ ਹਾਂ, ਪਰ ਅੱਜ ਬੜਾ ਅਲਾਦਾ ਜਿਹਾ ਵਿਸ਼ਾ ਆ। 3.5 ਸਾਲ ਤੋਂ ਇਹ ਸਟਕ ਹੋਇਆ ਪਿਆ ਸੀ। ਕਈ ਵਾਰ ਦੇਖਦੇ ਸੀ ਆਪਾਂ ਵੀ ਆਪਾਂ ਹੁਣ ਵੀ ਇਹਨਾਂ ਨੂੰ ਰਿਲੀਜ਼ ਕਰੀਏ, ਹੁਣ ਆਪਾਂ ਗੱਲ ਕਰੀਏ। ਹੁਣ ਅਨਫੋਰਚੂਨੇਟਲੀ ਜਿਹੜਾ 2 ਸਾਲ ਦਾ ਕੋਵਿਡ ਦਾ ਪੀਰੀਅਡ ਰਿਹਾ ਆ, ਉਹਨੇ ਇਸ ਸਾਡੀ ਜਿਹੜੀ ਇਹ ਜਿਹੜਾ ਪੱਖ ਸੀ ਸਾਡਾ, ਉਹ ਲੋਕਾਂ ਸਾਹਮਣੇ ਅਸੀਂ ਜ਼ਿਆਦਾ ਨਹੀਂ ਲਿਆ ਸਕੇ। ਪਰ ਗਾਹੇ ਬਗਾਹੇ ਆਪਣਾ ਦੋਸਤਾਂ ਮਿੱਤਰਾਂ ਨਾਲ ਗੱਲ ਚੱਲਦੀ ਰਹੀ। ਉਹਦੇ ਨਾਲ ਇਸ ਸਾਰੇ ਦੌਰਾਨ ਦੇ ਵਿੱਚ ਫਿਰ ਅਸੀਂ ਜਿਹੜੀਆਂ 3 ਪ੍ਰੋਡਕਸ਼ਨਾਂ ਕੀਤੀਆਂ ਹੈਗੀਆਂ। ਨੀਰਲੀ ਜਿਹੜੀ ਫਿਲਮ ਲਾਈਨ 'ਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਅਸੀਂ 1 ਘੰਟੇ ਦੀ ਜਿਹੜੀ ਡਿਊਰੇਸ਼ਨ ਹੈ ਉਹ ਲਗਭਗ 3 ਫਿਲਮਾਂ ਅਸੀਂ ਬਣਾਤੀਆਂ, 1 ਘੰਟਾ 15 ਮਿੰਟ ਦੀ। ਅੱਛਾ ਜੀ, ਅੱਛਾ। ਮੁਖਤਾਰ ਜੀ, ਮੈਂ ਜਦੋਂ ਇਹਦਾ ਦੇਖ ਰਿਹਾ ਸੀ, ਟੀਜ਼ਰ ਦੇਖ ਰਿਹਾ ਸੀ, ਟ੍ਰੇਲਰ ਦੇਖ ਰਿਹਾ ਸੀ, ਤੇ ਮੇਰੇ ਰੌਂਗਟੇ ਖੜੇ ਹੋ ਗਏ, ਕਿਉਂਕਿ ਖੁਦ ਜਦੋਂ ਅਸੀਂ ਪਿੰਡੇ ਤੇ ਹੰਢਾਇਆ ਹੁੰਦਾ ਘਬਰੇਟ ਅਵਸਥਾ ਦੇ ਵਿੱਚ, ਟੀਨਏਜ ਦੇ ਵਿੱਚ, ਉਹ ਜਿਹੜੀਆਂ ਚੀਜ਼ਾਂ ਮਨ ਦੀ ਕੋਰੇ ਸਲੇਟ ਦੇ ਉੱਤੇ ਜੋ ਲਿਖੀਆਂ ਜਾਂਦੀਆਂ ਉਹ ਸਾਰੀ ਜ਼ਿੰਦਗੀ ਮਿਟਦੀਆਂ ਨਹੀਂ। ਇਹ ਪ੍ਰਭਾਵ ਜਿਹੜਾ ਫਿਲਮ ਦੇ ਵਿੱਚ ਮੈਂ ਦੇਖ ਰਿਹਾ, ਇਹਨੂੰ ਬਹੁਤ ਤਰੀਕੇ ਨਾਲ ਤੁਸੀਂ, ਜਿਹੜਾ ਕੋਈ ਵੀ ਬੰਦਾ ਇੰਡੀਵਿਜੂਅਲੀ, ਚਾਹੇ ਉਹ ਕਿਸੇ ਵੀ ਪਿਛੋਕੜ ਦੇ ਵਿੱਚੋਂ ਆਇਆ, ਤੁਸੀਂ ਜਦੋਂ ਇਬਾਰਤ ਲਿਖੀ ਸੀ ਫੇਸਬੁੱਕ ਦੇ ਉੱਤੇ, ਉੱਥੇ ਵੀ ਤੁਸੀਂ ਬਹੁਤ ਪ੍ਰਤੱਖ ਤੌਰ ਤੇ ਇਸ ਚੀਜ਼ ਨੂੰ ਨਸ਼ਰ ਕੀਤਾ ਕਿ ਜਿਹੜਾ ਬੰਦਾ ਵੱਖਰੇ ਪਿਛੋਕੜ ਤੋਂ ਆਇਆ ਹੋਵੇ, ਕਾਰਨ ਕੋਈ ਵੀ ਰਿਹਾ ਹੋਵੇ, ਲੇਕਿਨ ਜਿਹੜੀ ਕੋਈ ਏਦਾਂ ਦੀ ਘਟਨਾ ਬਚਪਨ ਦੇ ਵਿੱਚ ਹੋ ਜਾਂਦੀ ਆ, ਉਹ ਸਾਰੀ ਜ਼ਿੰਦਗੀ, ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਉਹ ਚਲਾ ਜਾਂਦਾ, ਲੇਕਿਨ ਉਹ ਪ੍ਰਭਾਵਿਤ ਰਹਿੰਦਾ, ਉਹ ਟਰੋਮਾਟਾਈਜ਼ ਰਹਿੰਦਾ। ਸੋ ਤੁਸੀਂ ਇਸ ਸਾਰੀ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਿੰਡੇ ਤੇ ਕਦੇ ਹੰਢਾਇਆ? ਆਖਰਕਾਰ ਇਹ ਫਿਲਮ ਦੇ ਵਿੱਚ ਇਸ ਚੀਜ਼ ਨੂੰ ਸੁਨਹਿਰੀ ਪਰਦੇ ਉੱਤੇ ਲਿਆਉਣ ਦੀ ਲੋੜ ਕਿਉਂ ਪਈ? ਪਹਿਲਾਂ ਤਾਂ ਆਪਾਂ ਇਸ ਖਾਸ ਫਿਲਮ ਤੋਂ ਪਹਿਲਾਂ ਤਾਂ ਆਪਾਂ, ਮੈਨੂੰ ਲੱਗਦਾ, ਗੱਲ ਫਿਲਮੀ ਸਫ਼ਰ ਦੀ ਕਰੀਏ। ਬਿਲਕੁਲ, ਕਿਉਂਕਿ ਕਾਫੀ ਸੁੱਖ ਨਾਲ ਹੁਣ ਲੰਮਾ ਚੌੜਾ ਕੰਮ ਹੋ ਗਿਆ, ਲੇਕਿਨ ਜਿੱਥੇ ਮੇਰੇ ਵਰਗੇ ਲੋਕ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਇੱਕ ਦੂਜੇ ਦਾ ਪੈਰ ਮਿੱਧ ਕੇ ਗਾਂਹ ਨਿਕਲਦੇ ਰਹੇ, ਉੱਥੇ ਤੁਸੀਂ ਚੁੱਪ ਚੁਪੀਤੇ ਆਪਣੇ ਕੰਮ ਦੇ ਵਿੱਚ ਮਗਰ ਰਹੇ। ਇਹ ਵੀ ਆਪਣੇ ਵੱਲੋਂ ਬਹੁਤ ਸ਼ਾਬਾਸ਼ ਦੇਣ ਵਾਲੀ ਗੱਲ ਆ। ਜੀ ਧੰਨਵਾਦ। ਜਦੋਂ ਨਾ ਆਪਾਂ ਇੱਥੇ ਪਹਿਲੀ ਇੰਗਲਿਸ਼ ਫਿਲਮ ਦੇ ਵਿੱਚ ਮੈਨੂੰ ਜਦੋਂ ਕੰਮ ਮਿਲਿਆ, ਤੇ ਉਹ ਸੀ ਅਫਗਾਨ ਦਾ ਸੀ ਮੇਰਾ। ਹਾਂਜੀ, ਠੀਕ ਹੈ ਗੱਲ। ਉਹ ਸੀਗਾ ਵਾਰ ਸਟੋਰੀ। ਵਾਰ ਸਟੋਰੀ ਟੈਲੀਫਿਲਮ ਸੀਗੀ। ਇੱਥੇ ਤੱਕ ਪੀਟਰ ਬੰਦਾ ਜਿਹੜਾ ਜਰਨਲਿਸਟ ਸੀ ਆਪਣੇ ਭਾਈਚਾਰੇ ਚੋਂ, ਹੀ ਵਾਸ ਦਾ ਫਰਸਟ ਪਰਸਨ ਹੂ ਮੇਟ ਓਸਾਮਾ ਬਿਨ ਲਾਦਨ। ਆਫਟਰ ਜਦੋਂ ਉਹ ਪਤਾ ਸੀ ਗੈਟ ਅਪ ਉਹਦਾ, ਜੀਵਨ ਜਾਂਚ, ਜਦੋਂ ਉਹ ਆਫ ਹੋ ਗਿਆ ਨਾ, ਅੰਡਰਗਰਾਉਂਡ ਹੋ ਗਿਆ ਨਾ ਓਸਾਮਾ ਬਿਨ ਲਾਦਨ, ਉਸ ਤੋਂ ਬਾਅਦ ਓਸਾਮਾ ਬਿਨ ਲਾਦਨ ਸਿਰਫ ਤੇ ਸਿਰਫ ਇੱਕ ਬੰਦੇ ਨੂੰ ਮਿਲਿਆ, ਉਹ ਸੀ ਨਿਊਜ਼ੀਲੈਂਡ ਦਾ ਪੱਤਰਕਾਰ। ਹਾਂਜੀ, ਇਹਦੇ ਬਾਰੇ ਹੋਰ ਦੱਸੋ। ਹਾਂਜੀ, ਉਹ ਬੜੀ ਇੰਟਰਸਟਿੰਗ। ਉਸ ਤੋਂ ਬਾਅਦ ਇਹ ਜਿਹੜੀ ਫਿਲਮ ਬਣੀ, ਉਹ ਫਿਲਮ, ਕਿਉਂਕਿ ਉਹ ਬੰਦਾ ਬਜ਼ੁਰਗ ਬਹੁਤ ਹੋ ਗਿਆ ਸੀ ਇੱਥੇ, ਉਹਨੂੰ ਇਸ ਗੱਲ ਦੀ ਖੁਸ਼ੀ ਦੇਣ ਦੇ ਲਈ ਕਿ ਯੂ ਦਾ ਫਸਟ ਪਰਸਨ ਪੱਤਰਕਾਰੀ ਦੇ ਵਿੱਚ, ਤੇ TV 1 ਵਾਲਿਆਂ ਨੇ ਫਿਰ ਇਹ ਫਿਲਮ ਬਣਾਈ ਸੀ, ਟੈਲੀਫਿਲਮ। 1 ਘੰਟਾ 20 ਮਿੰਟ ਦੀ ਫਿਲਮ ਸੀ ਇਹ। ਫਿਲਮ ਰਿਲੀਜ਼ ਹੋ ਚੁੱਕੀ ਹੈ? ਉਹ ਫਿਲਮ ਉਹਨਾਂ ਕੋਲ ਪਈ ਆ, ਤੇ ਉਹਨਾਂ ਨੇ ਇੱਕ ਵਾਰੀ ਦਿਖਾ ਦਿੱਤੀ ਹੈ। ਹਾਂਜੀ, ਉਹ ਆਮ ਪਬਲਿਕ ਨਹੀਂ ਹੈਗੀ ਇਹ। ਉਹ ਕਿਉਂਕਿ ਵਾਰ ਸਟੋਰੀਜ਼ ਦੇ ਉੱਤੇ ਚੱਲਦੀਆਂ ਸੀਗੀਆਂ ਉਹ ਸੀਰੀਜ਼ ਜਿਹੜੀਆਂ, ਉਹ ਇਸ ਵਾਰ ਸਟੋਰੀ ਨੂੰ। ਅੱਛਾ, ਬੜੀ ਕਮਾਲ ਦੀ ਗੱਲ ਜਿਹੜੀ ਮੈਂ ਸਿੱਖੀ ਉੱਥੋਂ, ਮੈਨੂੰ ਸੈੱਟ ਤੇ ਅਸੀਂ ਵੀ ਬਣਾ ਲਿਆ 47 ਨਾਲ, ਅਸੀਂ ਵੀ ਚੱਕੀਆਂ ਰਸ਼ੀਨ ਵਾਲੀਆਂ। ਮੇਰੇ ਕੋਲ ਰਸ਼ੀਨ ਵਾਲੀ, ਤੁਹਾਨੂੰ ਪਤਾ ਨਾ, ਹਾਂ, ਤੇ ਅਫਗਾਨ ਵਾਲੀ ਸੀਗੀ। ਤੇ ਜਦੋਂ ਮੈਂ ਸੈੱਟ ਤੇ ਗਿਆ ਤਾਂ ਤੁਹਾਨੂੰ ਦੱਸਦਾ ਵੀ ਮੈਂ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ। ਸੈੱਟ ਤੇ ਗਿਆ ਤਾਂ ਨਾਲ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਐਗਜ਼ੈਕਟ ਓਸਾਮਾ ਬਿਨ ਲਾਦਨ ਬੈਠਾ ਪਿੱਛੇ, ਐਗਜ਼ੈਕਟ ਜਿੱਦਾਂ ਮੈਨੂੰ ਇਹ ਲੱਗਾ ਕਿ ਤਾਂ ਮਰੇ ਹੀ ਨਹੀਂ ਅਜੇ ਤੱਕ, ਇੱਥੇ ਬੈਠਾ। ਔਰ ਜਿਹੜੇ ਗੋਰੇ ਕੰਮ ਕਰਦੇ ਨਾ, ਕਮਾਲ ਹੀ ਕਰਦੇ ਆ। ਆਰਟ ਦੇ ਤਾਂ ਬਾ ਕਮਾਲ ਹੀ ਕਰਦੇ ਆ ਨਾ, ਦਿਲੋਂ ਕਰਦੇ ਆ। ਸਾਡੇ ਵੀ ਲੇਅਰਸ ਇੰਨੀਆਂ ਪਾਤੀਆਂ ਕਿ ਉਹ ਗਰਮੀ ਬਹੁਤ ਸੀ ਉਦੋਂ, ਤੇ ਨਾਲ ਤੁਹਾਡੇ 47 ਚਕਾਤੀ। ਅੱਛਾ, ਇਹਦਾ ਜਿਹੜਾ ਸੈੱਟ ਬਣਾਇਆ ਸੀ, ਜਦੋਂ ਅਸੀਂ ਸੈੱਟ ਤੇ ਗਏ ਤਾਂ ਸਾਨੂੰ ਐ ਨਹੀਂ ਲੱਗਾ ਕਿ ਅਸੀਂ ਅਫਗਾਨਿਸਤਾਨ ਚ ਘੁੰਮਦੇ ਹਾਂ ਜਾਂ ਅਸੀਂ ਨਿਊਜ਼ੀਲੈਂਡ ਦੇ ਵਾਈਕਟ ਰੇਂਜਸ ਦੇ ਵਿੱਚ। ਸਾਰਾ ਕੁਛ ਉਹੀ ਜੀ, ਰੇਤਾ ਰੂਤਾ ਉਸੇ ਤਰ੍ਹਾਂ ਸਿੱਟਿਆ ਉਹਨਾਂ ਨੇ ਨਾ। ਸਾਡੀ ਜਿਹੜੀ ਡਿਊਟੀ ਸੀ, ਉਹ ਅਸੀਂ, ਜਿਹੜੀ ਸਾਡਾ ਰੋਲ ਸੀਗਾ, ਉਹ ਬਹੁਤੇ ਦੋਏ ਵਾਲਾ ਤਾਂ ਹੈ ਨਹੀਂ ਸੀਗਾ, ਡਾਇਲੋਗਸ ਵਾਲਾ ਤਾਂ ਹੈ ਨਹੀਂ ਸੀ, ਪਰ ਅਸੀਂ ਉਹਦੇ ਮੇਨ ਅੱਖਾਂ ਨਾਲ ਗੱਲਾਂ ਕਰਦੇ। ਹਾਂਜੀ, ਉਹਦੇ ਮੇਨ ਅਸੀਂ ਜਿਹੜੇ ਇੰਟਰਵਿਊ ਕਰਾਉਂਦੇ ਆ ਨਾ, ਓਸਾਮਾ ਬਿਨ ਲਾਦਨ ਦੇ ਨਾਲ ਲੈ ਕੇ ਜਾਂਦੇ, ਮੀਡੀਏਟ ਕਰਦੇ ਆ, ਉਹ ਸੀਗੇ।
ਤੇ ਮੇਰਾ ਰੋਲ ਸੀਗਾ। ਉਹ ਤਾਂ ਆਪਾਂ ਐਂ ਲੱਗਣਾ ਸੀ ਤਾਂ ਬਗਦਾਦੀ ਹੁੰਦਾ। ਤੇ ਮੈਨੂੰ ਕਈਆਂ ਨੇ ਇਹ ਗੱਲ ਕਹੀ ਵੀ ਮੈਂ ਇਹ ਕਹਿਣ ਲੱਗਾ ਜਿਵੇਂ ਤੁਸੀਂ ਹੁਣੇ ਇਰਾਕ ਤੋਂ ਆਏ ਹੋ। ਹਾਂਜੀ ਹਾਂਜੀ, ਤੁਹਾਡੀ ਜਿਹੜੀ ਗੈਟਅਪ ਹੈ ਉਹ ਦੇਖਣ ਨੂੰ ਇਦਾਂ ਹੀ ਲੱਗਦੀ। ਹਾਂਜੀ ਹਾਂਜੀ ਹਾਂਜੀ। ਤੇ ਕਿਉਂਕਿ ਇਰਾਕ ਦਾ ਵੈਸੇ ਜੇ ਦੇਖਿਆ ਜਾਵੇ, ਆਪਾਂ ਹੁਣ ਤੁਹਾਨੂੰ ਇਤਿਹਾਸ ਨੂੰ ਤੋਰਨਾ, ਪਰ ਸਾਡੇ ਬਲੱਡ ਦੇ ਵਿੱਚ ਇਰਾਕੀ ਬਲੱਡ ਹੈਗਾ, ਉੱਧਰੋਂ ਆਇਆ ਜਦੋਂ ਆਰੀਅਨਸ ਭਾਰਤ ਆਏ ਆ। ਸੋ ਅਸੀਂ ਇੱਕੋ ਜਿਹੇ ਲੱਗਦੇ ਸਾਰੇ। ਤੋ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਮੇਰੇ ਨਾਲ ਇੱਕ ਹੋਰ ਪੰਜਾਬੀ ਮੁੰਡਾ ਵੀ ਸੀਗਾ, ਤੇ ਉਹਦਾ ਮੈਨੂੰ ਨਾਮ ਭੁੱਲ ਗਿਆ, ਇਹ 3-3.5 ਸਾਲ ਦੀ ਗੱਲ ਹੈ। ਉਸ ਤੋਂ ਬਾਅਦ ਚਲੋ ਅਸੀਂ ਹੈਲੀਕਾਪਟਰ ਦੇ ਗੋਲੀਆਂ ਗਾਲੀਆਂ ਚਲਾਤੀਆਂ, ਲੰਮੇ ਪੈ ਗਏ, ਕਦੇ ਉੱਠ ਗਏ, ਕਦੇ ਨਾ, ਬੜਾ ਫਨ ਹੋਇਆ ਸੀ। ਔਰ ਉਸ ਟਾਈਮ ਉੱਥੇ ਜਿਹੜੀਆਂ ਪੁਰਾਣੀਆਂ ਗੱਡੀਆਂ ਪਤਾ ਨਹੀਂ ਕਿੱਥੋਂ ਫੜ ਕੇ ਲਿਆਂਦੀਆਂ ਸੀ ਉਹਨੇ ਅਫਗਾਨਿਸਤਾਨ ਬਣਾਇਆ ਸੀ। ਉਸ ਗੱਲ ਤੋਂ ਬਾਅਦ ਮੈਨੂੰ ਇੱਕ ਇਸ ਗੱਲ ਦਾ ਲੱਗਾ ਕਿ ਕਿਉਂਕਿ ਲਿਖਦੇ ਤਾਂ ਆਪਾਂ ਬਹੁਤ ਦੇਰ ਦੇ 9th ਤੇ ਜਦੋਂ 9ਵੀਂ ਦੇ ਸੀਗੇ, ਆਪਾਂ ਗੱਲ ਦੱਸੀ ਵੀ ਆ ਕਈ ਮਿੱਤਰਾਂ ਨੂੰ ਕਿ ਜਦੋਂ ਪਹਿਲੀ ਵਾਰ ਅਸੀਂ ਰੇਤੇ ਦੀ ਟਰਾਲੀ ਭਰੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਛਾਲਿਆਂ ਤੋਂ ਲਿਖਦੇ ਅੱਜ ਤੱਕ ਨਾ ਕਹੀ ਛੱਡ ਹੋਈ, ਨਾ ਕੰਮ ਛੱਡ ਹੋਇਆ, ਨਾ ਕਲਮ ਛੱਡ ਹੋਈ। ਸੋ ਇਹ ਇੱਕ ਇੰਪੋਰਟੈਂਟ ਸੈਕਟਰ ਹੈ ਮੇਰੇ ਨਾਲ। ਹੋ ਰਿਹਾ ਮੁਖਤਿਆਰ ਜੀ, ਜੋ ਜਿੰਨਾ ਕੁ ਮੈਂ ਜਾਣਦਾ, ਕਿਉਂਕਿ ਆਪਣੇ ਪਿੰਡਾਂ ਦੀ ਦੂਰੀ ਆਪਸ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਨਹੀਂ ਹੈ, ਤੇ ਆਰਥਿਕ ਤੌਰ ਤੇ ਵੀ ਜਿਵੇਂ ਵੱਖੀ ਭਾਰ ਮੱਕੀ ਦੀ ਰੋਟੀ ਸੇਕ ਕੇ ਸਾਗ ਦੇ ਨਾਲ ਤੁਹਾਡੀ ਮਾਂ ਖਵਾਉਂਦੀ ਰਹੀ, ਲਗਭਗ ਉਹੀ ਸਾਡੇ ਸਾਰੇ 90% ਪੰਜਾਬ ਦੇ ਲੋਕ ਇਕੱਠਾ ਕਰਕੇ ਫਿਰ ਉਹਨੂੰ ਬਚਾਉਂਦੇ ਹੀ ਰਹਿਣਾ ਕਿਤੇ ਗਿੱਲਾ ਨਾ ਹੋ ਜਾਵੇ, ਹਨਾ। ਲੇਕਿਨ ਇੱਥੇ ਆ ਕੇ ਮੈਂ ਦੇਖ ਰਿਹਾ ਵੀ ਤੁਸੀਂ ਆਪਣੇ ਪੈਸ਼ਨ ਨੂੰ ਕਾਫੀ ਲਗਨ ਦੇ ਨਾਲ, ਕਾਫੀ ਦ੍ਰਿੜਤਾ ਦੇ ਨਾਲ ਅਪਣਾਏ ਹੋਏ ਹੋ, ਤੇ ਕਮਿਊਨਿਟੀ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਜਦੋਂ ਕਿਤੇ ਕੋਈ ਗੱਲ ਚੱਲਦੀ ਆ ਤੇ ਸਾਨੂੰ ਬਹੁਤ ਫਖਰ ਦੇ ਨਾਲ ਇਹ ਗੱਲ ਤਸਲੀਮ ਕਰਨੀ ਪੈਂਦੀ ਹੈ ਕਿ ਹਾਂ, ਸਾਡੇ ਭਾਈਚਾਰੇ ਵਿੱਚ ਵੀ ਸਾਡਾ ਇੱਕ ਬੰਦਾ ਹੈਗਾ ਜਿਹੜਾ ਵਾਈਡਰ ਕਮਿਊਨਿਟੀ ਤੱਕ ਖਾਸ ਤੌਰ ਤੇ ਅਦਾਕਾਰੀ 'ਚ, ਲਿਖਣ ਦੇ ਵਿੱਚ ਜਾਂ ਕਨਸੈਪਟ ਡਿਵੈਲਪ ਕਰਨ ਦੇ ਵਿੱਚ ਪੁੱਲ ਦਾ ਕੰਮ ਕਰ ਰਿਹਾ। ਜੀ ਧੰਨਵਾਦ। ਉਸ ਤੋਂ ਬਾਅਦ ਫਿਰ ਜਦੋਂ ਇਹ ਸਾਰਾ ਕੁਝ ਹੋਇਆ ਪ੍ਰਵਿੰਦਰ ਜੀ, ਤੇ ਫਿਰ ਉਸ ਤੋਂ ਬਾਅਦ ਅਸੀਂ ਫਿਰ ਮੈਂ ਆਪ ਸਕ੍ਰਿਪਟ ਰਾਈਟਿੰਗ ਕਾਫੀ ਆਨਲਾਈਨ ਕੋਰਸਿਸ ਕੀਤੇ, ਦੇਖੇ YouTube ਤੇ ਦੇਖੀਆਂ, ਹੋਰ ਮੈਂ ਛੋਟੇ ਕੋਰਸ ਜਿਹੜੇ ਆ ਸਕ੍ਰਿਪਟ ਰਾਈਟਿੰਗ, ਕਿਉਂਕਿ ਵਾਰਤਾ ਤਾਂ ਪਹਿਲੇ ਹੀ ਲਈ ਸੀ, ਆਰਟੀਕਲਸ ਲਿਖ ਲਈ ਸੀ, ਦੁਨੀਆ ਦੀਆਂ ਸੋਸ਼ੋ ਇਕਨੋਮਿਕ ਸਿਚੁਏਸ਼ਨਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ। ਠੀਕ ਹੈ ਜੀ। 10 ਸਾਲ ਦਾ ਨਿਊਜ਼ੀਲੈਂਡ ਦਾ ਜਿਹੜਾ ਮੇਰਾ ਉਹ ਸਫ਼ਰ ਸੀਗਾ, ਉਹ ਇਸ ਕੈਪੀਟਲਿਜ਼ਮ ਨੂੰ ਸਮਝਣ ਦੇ ਉੱਤੇ ਲੱਗ ਗਿਆ। ਮੈਂ ਸਮਝਿਆ ਉਹਦੀ ਬੈਂਕਿੰਗ ਸਿਸਟਮ ਨੂੰ, ਉਹਦੇ ਸੋਸ਼ਲ ਸਿਸਟਮ ਨੂੰ, ਉਹਦੇ ਪੋਲੀਟੀਕਲ ਸਿਸਟਮ ਨੂੰ। ਅੱਛਾ, ਠੀਕ ਹੈ, ਉਹਦੀ ਇਕਨੋਮਿਕ ਮਤਲਬ ਸਿਸਟਮ ਨੂੰ। ਬਿਲਕੁਲ ਸਹੀ। ਤੇ ਉੱਥੋਂ ਬਾਅਦ ਮੈਂ ਕੇਸ ਰਿਜ਼ਲਟ ਤੇ ਪਹੁੰਚਿਆ, ਉਹ ਇੱਕ ਵੱਖਰਾ ਵਿਸ਼ਾ ਆ, ਪਰ ਅੱਜ ਆਪਾਂ ਗੱਲ ਫਿਲਮ ਲਾਈਨ ਦੀ ਕਰਾਂਗੇ। ਤੇ ਉਸ ਤੋਂ ਬਾਅਦ ਫਿਰ ਅਸੀਂ ਰਹਿ ਨਹੀਂ ਹੋਣਾ, ਤੁਸੀਂ ਮੱਲੋ ਮੱਲੀ ਉੱਧਰ ਜਾਣਾ ਜ਼ਰੂਰ ਆ। ਜਦੋਂ ਜਾਣ ਲੱਗੂਗਾ ਮੈਂ ਗੁੱਟ ਫੜ ਕੇ ਰੋਕ ਲਵਾਂਗਾ, ਕਿਉਂਕਿ ਫਿਲਮਾਂ ਇਦਾਂ ਦੀਆਂ ਆ ਸਾਰੀਆਂ, ਪੰਗਾ ਤਾਂ ਇਸ ਗੱਲ ਦਾ ਉਹੀ ਆ ਨਾ। ਉਸ ਤੋਂ ਬਾਅਦ ਫਿਰ ਬਹੁਤ ਪਿਆਰਾ ਸਾਥੀ ਅਮਰਜੀਤ ਲੱਖਾ ਵੀ ਦੇਖ ਰਿਹਾ, ਤੁਹਾਨੂੰ ਬਹੁਤ ਧਿਆਨ ਨਾਲ ਜੀ। ਧੰਨਵਾਦ ਲੱਖਾ ਜੀ। ਹਾਂ, ਇਹ ਬਹੁਤ ਵੱਡੇ ਭਾਈ ਸਾਹਿਬ ਸਾਡੇ, ਤਰਕਸ਼ੀਦ ਜਿਨ੍ਹਾਂ ਦੇ ਕਈ ਸਾਰੇ ਘਰ ਆ, ਉਹ ਵੀ ਦੇਖ ਰਿਹਾ। ਅੱਛਾ ਹਾਂ ਜੀ। ਹਾਂ, ਤੇ ਉਹ ਉਸ ਦੇ ਵਿੱਚ ਫਿਰ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਲਿਆ ਕਿ ਸਕ੍ਰਿਪਟ ਰਾਈਟਿੰਗ ਦੇ ਨਾਲ ਜਿਹੜੀ ਫਿਰ ਮੈਂ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਪਾਤਰ ਪੈਦਾ ਕਰਨਾ, ਉਹ ਬਹੁਤ ਇੰਪੋਰਟੈਂਟ ਸੀ। ਪੈਸੇ ਵੀ ਸੋਚਿਆ ਹੋਣਾ, ਪੈਸੇ ਕਿੰਨੇ ਕੁ ਲੱਗਦੇ? ਹਾਂ ਕਹਾਣੀ ਹਾਂਜੀ। ਜੇ ਹੁਣ ਤੁਸੀਂ ਜਿਹੜੇ ਦੌਰ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਜਿਵੇਂ ਹੁਣ ਤੁਸੀਂ ਉਹ ਤਾਲਿਬਾਨਾਈਜ਼ ਜਿਹੜਾ এনवायरमेंट ਉੱਥੇ ਦੇਖ ਕੇ ਆਏ ਆ, ਉਹਦੇ ਲਈ ਤਾਂ ਬਹੁਤ ਪੈਸਾ ਖਰਚਿਆ ਗਿਆ। ਤੁਸੀਂ ਪਾਤਰ ਚਿੱਤਰਨ ਕਰਨ ਲੱਗੇ ਇਹ ਵੀ ਖਿਆਲ ਰੱਖਣਾ ਪੈਂਦਾ ਵੀ ਪੈਸੇ ਕਿੰਨੇ ਕੁ। ਹਾਂਜੀ, ਉੱਥੇ ਆਉਣ ਲੱਗਾ ਸੀ ਜਦੋਂ ਸਕ੍ਰਿਪਟ ਰਾਈਟਿੰਗ ਕਰਦੇ ਆ। ਜਿਹੜਾ ਸਕ੍ਰਿਪਟ ਰਾਈਟਰ ਆ ਨਾ, ਟੈਕਨੀਕਲੀ ਜਿਹੜਾ ਕਹਾਣੀਕਾਰ ਤੇ ਸਕ੍ਰਿਪਟ ਰਾਈਟਰ, ਉਹੀ ਡਾਇਰੈਕਟਰ ਹੁੰਦਾ, ਉਹੀ ਐਕਟਰ ਹੁੰਦਾ, ਤੇ ਉਹੀ ਬਜਟ ਮੇਕਰ ਹੁੰਦਾ। ਉਹਨੇ ਇਹ ਦੇਖਣਾ ਹੁੰਦਾ ਕਿ ਕਿੰਨੀਆਂ ਲੋਕੇਸ਼ਨਾਂ ਅਸੀਂ ਅਫੋਰਡ ਕਰਦੇ ਹਾਂ, ਹਰ ਥਾਂ ਤੇ ਜਾ ਕੇ ਕੈਮਰੇ ਦੁਬਾਰਾ ਸੈੱਟ ਕਰਨੇ, ਸਾਰਾ ਸਟਾਫ ਬੁਲਾਉਣਾ ਤੇ ਸਾਰਾ ਕੁਝ ਉਹਦੇ ਤੇ ਕਰਨਾ। ਕੈਮਰਾ ਐਂਗਲਸ ਹੋ ਗਿਆ, ਤੁਹਾਡੀ ਲਾਈਟਿੰਗ ਸਿਸਟਮ ਹੋ ਗਿਆ, ਤੁਹਾਡੇ ਕੀ ਤੁਸੀਂ ਰਾਤ ਨੂੰ ਕਰ ਰਹੇ ਹੋ, ਦਿਨੇ ਕਰ ਰਹੇ ਹੋ, ਇਹ ਬਹੁਤ ਇੰਪੋਰਟੈਂਟ ਹੈ ਜੀ। ਰਾਤ ਨੂੰ ਤੁਹਾਡਾ ਖਰਚਾ ਵੱਧਦਾ, ਫਿਰ ਉਹਦੇ ਫੂਡ ਦਾ ਖਰਚਾ, ਫਿਰ ਦੀ ਸੇਫਟੀ ਦਾ ਖਰਚਾ ਐਕਟਰਸ ਦਾ ਨਾ, ਤੇ ਜਦੋਂ ਕੌਂਸਲ ਦੇ ਵੀ ਪਰਮਿਸ਼ਨ ਦੇ ਜਾਂ ਹੋਰ ਬਹੁਤ ਸਾਰੇ ਲੌਜਿਸਟਿਕਲੀ ਕੰਮ ਜਿਹੜੇ ਇਦਾਂ ਦੇ ਬਿਹਾਈਂਡ ਦਾ ਸੀ, ਜਿਹਨਾਂ ਲਈ ਕਈ ਵਾਰੀ ਕਈ ਦਿਨ ਲੱਗ ਜਾਂਦੇ। ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਇਹ ਸਾਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਜਿਹੜਾ ਬਜਟ ਹੈ ਉਹ ਬਹੁਤ ਇੰਪੋਰਟੈਂਟ ਹੈ। ਅੱਛਾ, ਮੁੜ ਕੇ ਗੱਲ ਜਿਹੜੀ ਆ ਉਹ ਇਕਨੋਮਿਕਸ ਦੀ ਖੜਨੀ ਆ, ਚਾਹੇ ਤੁਸੀਂ ਇਹਦੀ ਕਰਪਸ਼ਨ ਦੀ ਗੱਲ ਕਰ ਲਓ, ਚਾਹੇ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਲਓ। ਗ੍ਰਾਂਟ ਰੋਬਰਟਸਨ ਨੂੰ ਸਿੱਧੇ ਕਹਿ ਦੇਣਾ ਸੀ ਵੀ ਐਤਕੀ ਬਜਟ ਦੇ ਵਿੱਚ ਥੋੜੀ ਜਿਹੀ ਪ੍ਰੋਵੀਜ਼ਨ ਰੱਖ ਲੈਂਦਾ ਤੁਹਾਡੇ ਕੋਲ। ਹਾਂਜੀ, ਉਹ ਸ਼ਾਇਦ ਹੈਗੀਆਂ, ਹੁਣ ਬਣਾਈਆਂ ਉਹਨੀ ਵੈਸੇ ਤਾਂ ਨਿਊਜ਼ੀਲੈਂਡ ਹੁਣ, ਕਿਉਂਕਿ ਟਰੈਵਲ ਕੰਪਨੀ ਆ, ਕੰਟਰੀ ਇੱਕ, ਤੇ ਸੋ ਇਹਨਾਂ ਨੂੰ ਫਿਲਮਿੰਗ ਲਾਈਨ ਬਹੁਤ ਜ਼ਿਆਦਾ। ਸਟੀਵਨ ਸਪੀਲਬਰਗ ਨੂੰ ਆਮੰਤਰਿਤ ਕੀਤਾ ਜਾ ਸਕਦਾ, ਤੇ ਜੈਕਸਨ ਵਰਗੇ ਜਿਹੜੇ ਪੱਕ ਫਿਲਮਕਾਰ ਆ, ਉਹਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਸਕਦੀਆਂ ਦੇ ਵਾਸਤੇ। ਤਾਂ ਫਿਰ ਜਿਹੜਾ ਲੋਕਲ ਟੈਲੈਂਟ ਆ ਉਹਨੂੰ ਵੀ ਕਿਤੇ ਨਾ ਕਿਤੇ ਕਾਊਂਟ ਜ਼ਰੂਰ ਕੀਤਾ ਜਾਣਾ ਚਾਹੀਦਾ, ਖਾਸ ਤੌਰ ਤੇ ਐਥਨਿਕ ਕਮਿਊਨਿਟੀਜ਼ ਦੀ ਜਿਹੜੀ ਵੱਧਦੀ ਗਿਣਤੀ ਆ ਮੁਖਤਿਆਰ ਜੀ,
ਉਹਨਾਂ ਦੇ ਆਪਣੇ ਮਸਲੇ ਮਸਾਇਲ ਆ। ਇੱਕ ਪ੍ਰਵਾਸੀ ਜਿਹੜਾ, ਜਿਵੇਂ ਤੁਸੀਂ ਅਕਸਰ ਇਹ ਜ਼ਿਕਰ ਕਰਦੇ ਹੋ ਪਿਛਲੇ ਮੀਟਿੰਗਾਂ ਦੇ ਵਿੱਚ ਜਾਂ ਸਾਡੀਆਂ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਉਸ ਦੇ ਵਿੱਚ ਤੁਸੀਂ ਅਕਸਰ ਇਹ ਜ਼ਿਕਰ ਕਰਦੇ ਹੋ ਕਿ ਅਸੀਂ ਲਗਭਗ ਸਾਰੇ ਹੀ ਇਕਨੋਮਿਕ ਮਾਈਗ੍ਰੈਂਟ ਆ। ਇਹ ਠੀਕ ਆ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ੌਂਕ ਜਾਂ ਮਜਬੂਰੀ ਇਹਨਾਂ ਮੁਲਕਾਂ 'ਚ ਧੱਕੀ ਜਾਂਦੀ ਆ, ਤੇ ਨਾਲ ਨਾਲ ਸਾਡੇ ਕੁਝ ਹੋਰ ਮਿੱਤਰ ਪਿਆਰੇ ਵੀ ਜੁੜੇ ਹੋਏ ਜੀ, ਉਹਨਾਂ ਨੂੰ ਵੀ ਸ਼ਾਮਲ ਕਰਦੇ ਆ। ਰਵਿੰਦਰ ਮਹਿਰੋ ਕ੍ਰਾਈਸਟਚਰਚ ਤੋਂ ਜੁੜੇ ਹੋਏ ਜੀ, ਉਹ ਵੀ ਇਸ ਗੱਲਬਾਤ ਨੂੰ ਸੁਣ ਰਹੇ ਆ। ਤੁਸੀਂ ਆਪਣਾ ਜਿਹੜਾ ਸਫ਼ਰ ਸੀ ਉਹ ਫਿਲਮਾਂ ਵੱਲ ਹੀ ਕਿਉਂ, ਉਹਦੀ ਜ਼ਿਕਰ ਕਰ ਰਹੇ ਸੀ। ਹਾਂ, ਉਹ ਬਹੁਤ ਵਧੀਆ ਗੱਲ ਤੁਹਾਡੀ। ਇਹ ਜਦੋਂ ਇਸ ਗੱਲ ਨੂੰ ਆਪਾਂ ਐਕਟਿਵਿਸਟ ਰਹੇ ਕਾਫੀ ਦੇਰ, ਕਿਉਂਕਿ ਪੰਜਾਬ ਸਟੂਡੈਂਟ ਯੂਨੀਅਨ ਤੋਂ ਪਿੱਛੋਂ ਚੱਲਦੇ ਆਉਂਦੇ, ਹੋਰ ਇੱਥੇ ਵੀ ਆ ਕੇ ਜਿਹੜੀ ਹੈਗੀ ਆ ਕੁਛ ਏਦਾਂ ਦੀਆਂ ਸੋਸ਼ਲ ਆਰਗੇਨਾਈਜੇਸ਼ਨਸ ਦੇ ਵਿੱਚ ਕੰਮ ਕਰਦੇ ਰਹੇ ਜੀ। ਮੈਂ ਐਂਡ ਆਫ ਦਾ ਡੇ ਆ ਕੇ ਇਹ ਦੇਖਿਆ ਕਿ ਤੁਹਾਨੂੰ ਕਈ ਕੰਮਾਂ ਦੇ ਉੱਤੇ ਫੋਕਸ ਕਰਦਾ ਸੀ, ਇੱਕ ਕੰਮ ਤੇ ਫੋਕਸ ਕਰੋ। ਪਹਿਲਾਂ ਤਾਂ ਇਹ ਮੈਂ ਬਣਾਇਆ, ਆਪਣੇ ਆਪ ਨਾਲ ਗੱਲ ਕੀਤੀ। ਦੂਸਰੀ ਕੀਤੀ ਕਿ ਜਿਹੜੀ ਪੇਨ ਹੈ ਬਿਲਕੁਲ ਸਮਾਜ ਦੀ, ਉਹ ਕਿਤਾਬਾਂ ਬਹੁਤ ਸਾਰੀਆਂ ਲਿਖੀਆਂ ਜਾ ਰਹੀਆਂ, ਆਰਟੀਕਲਸ ਵੀ, ਤੁਸੀਂ ਰੇਡੀਓ ਤੋਂ ਵੀ ਲਗਭਗ ਜ਼ਿਕਰ ਕਰਦੇ ਰਹਿੰਦੇ ਹੋ ਕਿਤੇ। ਹੁਣ ਜਿੱਦਾਂ ਫੋਰ ਐਗਜ਼ਾਮਪਲ ਹਥਿਆਰਾ ਖੋਰ ਜਾਂ ਤੁਸੀਂ ਬਾਕੀ ਤੁਹਾਡਾ ਇਹ ਜਿਹੜਾ ਇੱਥੇ ਦਾ ਹੋਰ ਖਬਰਾਂ ਹੈਗੀਆਂ, ਉਹ ਸਾਰੇ ਕਰੀ ਜਾ ਰਹੇ ਆ। ਪਰ ਆਪਣੇ ਭਾਈਚਾਰੇ 'ਚ ਕਮਾਲ ਦੀ ਗੱਲ, ਮੇਰੇ ਦੋਸਤ ਕੋਈ ਵੀ ਇਸ ਲਾਈਨ 'ਚ ਨਹੀਂ ਹੈਗਾ। ਉਹ ਆਮ ਦਾ ਫਸਟ ਪਰਸਨ, ਤੁਸੀਂ ਆਪਣਾ ਲਾ ਕੇ ਦੇਖ ਲਓ ਸਾਰਾ, ਇੱਕ ਵੀ ਬੰਦਾ ਮੇਰਾ ਨਾ ਕੋਈ ਰਿਸ਼ਤੇਦਾਰੀ 'ਚੋਂ। ਤੁਸੀਂ ਇਸ ਗੱਲ ਨੂੰ ਪਤਾ ਨਹੀਂ ਕਦੇ ਜਾਣਿਆ ਕਿ ਨਹੀਂ, ਅਸੀਂ ਸਾਰੇ ਤੁਹਾਨੂੰ ਬੜੇ ਸ਼ੌਂਕ ਦੇ ਨਾਲ ਦੇਖਦੇ ਹਾਂ ਤੇ ਹਮੇਸ਼ਾ ਗਾਇਬ ਤੁਹਾਡਾ ਹੌਸਲਾ ਵੀ ਵਧਾਉਂਦੇ ਆ। ਹਾਂਜੀ, ਉਹ ਤਾਂ ਸਹੀ ਡਾਇਰੈਕਸ਼ਨ 'ਚ ਜਾ ਰਹੇ ਤੁਸੀਂ। ਹਾਂਜੀ, ਥੈਂਕ ਯੂ। ਤੇ ਫਿਰ ਇੱਕ ਵਾਰੀ ਸ਼ਾਇਦ ਆਪਾਂ ਇੱਕ ਗਰੁੱਪ ਦੇ ਵਿੱਚ ਸੀਗੇ, ਦੋਨੋਂ ਜਾਣੇ, ਤੁਹਾਨੂੰ ਯਾਦ ਹੋਣਾ, ਜਦੋਂ ਮੈਂ ਸਕ੍ਰਿਪਟ ਰਾਈਟਿੰਗ ਲਿਖਣ ਲੱਗਾ ਤੇ ਜਿਹੜਾ ਉਹਦਾ ਪਹਿਲਾ ਪੇਜ ਸੀ, ਕਾਪੀ ਹਜੇ ਮੇਰੇ ਕੋਲ ਪਈ ਹੈ, ਜਦੋਂ ਮੈਂ ਸਕ੍ਰਿਪਟ ਰਾਈਟਿੰਗ ਲਿਖਣ ਲੱਗਾ 3 ਸਾਲ ਪਹਿਲਾਂ, ਤੇ ਉਸ ਤੋਂ ਬਾਅਦ ਆਪਾਂ 11 ਫਿਲਮਾਂ ਲਿਖੀਆਂ। ਮੈਂ ਤੁਹਾਨੂੰ ਦੱਸਦਾ ਉਹਦਾ ਕੀ ਹੈਗਾ। ਤੇ ਉਹਦੇ ਵਿੱਚ ਅਸੀਂ, ਮੈਂ ਕਹਿੰਦਾ ਤੁਹਾਡੇ ਆਸ-ਪਾਸ ਹੁੰਦੇ ਆ, ਪਰ ਡਿਪੈਂਡ ਕਰਦਾ ਤੁਸੀਂ ਕਿਹੜੀ ਚੀਜ਼, ਤੁਸੀਂ ਸਕਰੀਨਿੰਗ ਕਿਵੇਂ ਕਰਨੀ ਹੈ, ਤੁਸੀਂ ਉਹਨੂੰ ਇੰਪਲੀਮੈਂਟ ਪਲਾਨ ਨੂੰ ਕਿਵੇਂ ਕਰਨਾ, ਇਹ ਸਭ ਤੋਂ ਔਖਾ ਕੰਮ ਹੈ। ਬਿਲਕੁਲ। ਸੋ ਉਹੀ ਡਾਇਰੈਕਟਰ ਹੁੰਦਾ। ਤੁਹਾਡੇ ਵਾਂਗ ਹੀ ਇੱਕ ਹੋਰ ਮੁੰਡਾ ਇਸ ਗੱਲ ਨੂੰ ਬਹੁਤ ਭਲੀ ਭਾਂਤ ਜਾਣਦਾ, ਇੰਦਰਜੀਤ ਸਿੰਘ ਜੜੀਆ ਜੀ, ਖੰਨੇ ਵਾਲੇ ਰਾਓ ਸਾਹਿਬ ਦਾ ਮੁੰਡਾ, ਤੇ ਉਹ ਵੀ ਹੁਣ ਨਿੱਕਾ ਜੜੀਆ ਵੀ ਪੈਦਾ ਹੋ ਗਿਆ, ਉਹਦੇ ਵੀ ਲੱਡੂ ਖਾ ਲਿਆ ਆਪਾਂ, ਤੇ ਅਮਰਜੀਤ ਸਿੰਘ ਲੱਖਾ ਜਿਹੜੇ ਆ, ਮੈਚਿੰਗ ਜਿਹੜੀ ਕੋਟੀ ਆ ਉਹਦੇ ਨਾਲ ਦੀ ਪੱਗ ਬੰਨ ਕੇ ਤੁਹਾਨੂੰ ਦੇਖ ਰਿਹਾ ਜੀ। ਡੇਵਿਡ ਵੀਰ ਸਾਡਾ ਦੇਖ ਰਿਹਾ ਜੀ, ਤੇ ਇਹ ਮੇਰੇ ਪਿੰਡੋਂ, ਇਹ ਸਾਡਾ ਪਿੰਡ ਸੁਣ ਰਿਹਾ। ਡੇਵਿਡ ਵੀਰ ਬਹੁਤ ਚੰਗੀ ਗੱਲ ਆ, ਬੜੀ ਖੁਸ਼ੀ ਹੋਈ। ਤੇ ਅੱਛਾ, ਉਸ ਤੋਂ ਬਾਅਦ ਫਿਰ ਆਪਾਂ ਜਦੋਂ ਸਕ੍ਰਿਪਟ ਅਸੀਂ ਇਸ ਕਿਸਮ ਦੀਆਂ ਲਿਖ ਰਿਹਾ ਸੀ ਮੈਂ, ਤਾਂ ਮੈਂ ਇੱਕ ਨਾ, ਤੁਹਾਨੂੰ ਯਾਦ ਹੋਣਾ, ਨਹੀਂ ਮਾਰਦੀ ਵੀ ਕਿਹੜੇ ਕੰਮਾਂ 'ਚ ਪਿਆ ਵਾਂ, ਦੱਸਦੇ ਉੱਥੇ ਵੀ ਆਉਂਦੇ ਆ। ਅੱਛਾ, ਆਉਣਾ ਉੱਥੇ ਵੀ ਨਾ। ਮੈਂ ਇੱਕ ਕੁਐਸਚਨ ਮਾਰਕ ਬਚਾ ਕਰਨਾ ਚਾਹੁੰਦਾ ਨਾ। ਹਾਂ, ਕੁਐਸਚਨ ਮਾਰਕ। ਹਾਂ, ਤੁਸੀਂ ਕਿਤਾਬਾਂ ਵਾਲੇ ਪਾਸੇ ਹੋ ਨਾ, ਤਾਂ ਤੁਸੀਂ ਆਪਣਾ ਬਚਾ ਕਰ ਦਿੰਦੇ ਨਾਲ। ਤੇ ਉਹ ਮਾਰਕ, ਇੱਕ ਕੁਐਸਚਨ ਮਾਰਕ ਮੈਂ ਪਾ ਕੇ ਤਾਂ ਆਪਣੇ ਉਸ ਗਰੁੱਪ 'ਚ ਪਾ ਦਿੱਤਾ ਸੀ, ਜਿਹੜੇ ਆਪਣੇ ਮਿੱਤਰਾਂ ਦਾ ਗਰੁੱਪ ਸੀ। ਉੱਥੇ ਉਹਦਾ ਮਤਲਬ ਮੈਂ ਇਹ ਥੱਲੇ ਲਿਖਿਆ ਸੀ ਵੀ ਇਹ ਇੱਕ ਕੁਐਸਚਨ ਮਾਰਕ ਹੈ, ਤੇ ਆਪਾਂ ਇਹ ਸਵਾਲ ਹੀ ਉਠਾਵਾਂਗੇ, ਜਿਹੜੀਆਂ ਸਾਡੀਆਂ ਸਕਰੀਨਿੰਗ ਹੋਣਗੀਆਂ ਤੁਹਾਡੇ ਮਨਾਂ 'ਚ ਇੱਕ ਸਵਾਲ ਉਠਾਊਗੀਆਂ। ਮੈਂ ਕਹਿੰਦਾ ਫਾਇਦਾ ਹੀ ਫਿਲਮਾਂ ਬਣਾਉਣ ਦਾ ਤਾਂ ਆ ਜੇ ਸਾਹਮਣੇ ਬੈਠੇ ਦਰਸ਼ਕ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਵੇ ਜੀ, ਤਾਂ ਤੁਸੀਂ ਆਪਣੇ ਕਾਰਜ ਵਿੱਚ ਸਫਲ ਸਮਝੇ ਜਾਂਦੇ ਆ। ਹਾਂਜੀ। ਤੇ ਉਹਦੇ ਵਿੱਚ ਫਿਰ ਉਸ ਵਿੱਚ ਜਿਹੜਾ ਇਹ ਸਾਰਾ ਕਨਸੈਪਟ, ਜਦੋਂ ਤੁਸੀਂ ਸਵਾਲ, ਔਰ ਮੇਰਾ ਸਫ਼ਰ ਇਹ ਕਿੱਥੇ ਜਾ ਕੇ ਖਤਮ ਹੋਣਾ ਇਹਦਾ ਕੋਈ ਪਤਾ ਨਹੀਂ, ਕਿਉਂਕਿ ਇਹ ਇੱਕ ਆਰਟ, ਇੱਕ ਇਹੋ ਜਿਹੀ ਇੱਕ ਆਰਟ, ਹਾਂਜੀ, ਖੜੋਤ ਨਹੀਂ ਆ ਸਕਦੀ, ਕਿਉਂਕਿ ਆਰਟ ਇੱਕ ਇਹੋ ਜਿਹੀ ਚੀਜ਼ ਹੈ, ਤੁਸੀਂ ਇਹਨੂੰ ਜਿੰਨਾ ਮਰਜ਼ੀ ਲਈ ਜਾਓ, ਬਹੁਤ ਸਹੀ, ਜਿੰਨਾ ਮਰਜ਼ੀ ਅੱਗੇ ਲਈ ਜਾਓ ਇਹਨੂੰ, ਇਹਦਾ ਬਹੁਤ ਵੱਡਾ ਘੇਰਾ ਇਹਦਾ, ਹਨਾ। ਉਸ ਤੋਂ ਬਾਅਦ ਫਿਰ ਮੈਂ ਪੰਜਾਬ ਦੇ ਉੱਤੇ ਅਸੀਂ ਟਰਾਈ ਕੀਤੀ ਕਿ ਮੈਂ ਮਿੱਟੀ ਤੇ ਇੱਕ ਫਿਲਮ ਲਿਖੀ, ਵੀ ਉਹਦਾ ਨਾਮ ਵੀ ਇਹ ਰਜਿਸਟਰਡ ਹੈ ਕਿ ਕਿਹੜੀ ਸਾਡੀ ਮਿੱਟੀ ਆ ਜਾਂਦੀ ਹੈ, ਮਿੱਟੀ ਕਿਹੜੀ ਹੈ ਐਕਚੁਅਲੀ, ਪ੍ਰਵਾਸੀਆਂ ਲਈ ਬਹੁਤ ਵੱਡਾ ਸਵਾਲ ਹੈ। ਹਾਂਜੀ, ਤੇ ਉਹ ਰਜਿਸਟਰਡ ਹੈ ਮੇਰੀ ਫਿਲਮ ਬੰਬੇ ਦੇ ਵਿੱਚ ਆਲਰੇਡੀ ਹੈਗੀ ਆ ਐਜ਼ ਅ ਫੀਚਰ ਫਿਲਮ। ਠੀਕ ਹੈ। ਉਸ ਤੋਂ ਬਾਅਦ ਫਿਰ ਅਸੀਂ ਹਾਸ਼ੀਆ ਇੱਕ ਜਿਹੜਾ ਬਣਦਾ ਟਾਈਟਲ ਬਹੁਤ ਸੋਹਣਾ, ਹਾਂ, ਤੇ ਉਸ ਤੋਂ ਬਾਅਦ ਇਹ 3 ਫਿਲਮਾਂ ਨੂੰ ਹੁਣ ਇਕੱਠਾ ਕਰਕੇ ਮੈਂ ਇੱਕ ਫਿਲਮ ਲਿਖੀ ਆ, ਜਿਹਦੇ ਉੱਤੇ ਅਸੀਂ ਹੋ ਸਕਦਾ ਇਸ ਅਕਤੂਬਰ ਦੇ ਵਿੱਚ ਫੀਚਰ ਫਿਲਮ ਦਾ ਸਾਡਾ ਪਲਾਨ ਬਣ ਚੁੱਕਿਆ। ਅੱਛਾ ਜੀ। ਹਾਂ, ਅਸੀਂ ਤੁਹਾਡੇ ਬਿਲਕੁਲ, ਕਿਉਂਕਿ ਦੇਖੋ ਨਿਊਜ਼ੀਲੈਂਡ ਮੇਰਾ ਪਿੰਡ ਦਾ ਭਾਈਚਾਰਾ ਆ, ਇੱਥੇ ਕੋਈ ਮੇਰੇ ਨਾਲ ਜੇ ਕੋਈ ਮਿਲਣਾ ਚਾਹੁੰਦਾ, ਗੱਲ ਕਰਨੀ ਚਾਹੁੰਦਾ, ਇਹ ਕੋਈ ਉਹ ਨਹੀਂ ਹੈ, ਇਹ ਬੜਾ ਓਪਨ ਹੈ ਹਰ ਚੀਜ਼ ਦਾ, ਕਿਉਂਕਿ ਜਿਹੜਾ ਕਨਸੈਪਟ ਆਫ ਫਿਲਮਿੰਗ ਹੈ, ਜਿਹੜੀ ਉਹਦੇ ਉੱਤੇ ਤੁਸੀਂ ਦਿਖਾਉਣਾ ਕੀ ਆ। ਹੁਣ ਤੁਸੀਂ ਦੇਖੋ ਪੰਜਾਬੀਆਂ 'ਚ ਕੀ ਚੱਲ ਰਿਹਾ, ਪੰਜਾਬੀ ਫਿਲਮਾਂ 'ਚ ਇੰਡਸਟਰੀ ਤੁਹਾਨੂੰ ਪਤਾ ਹੀ ਹੈ, ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਹਨਾ। ਔਰ ਇਹਨੇ ਮੈਨੂੰ ਡਿਸਾਈਡ ਇਸ ਕਰਕੇ ਕੀਤਾ ਵੀ ਮੈਂ 2 ਵਾਰੀ ਇੰਡੀਆ ਜਾ ਚੁੱਕਿਆ, ਪੰਜਾਬ ਦੇ ਚੰਗੇ ਕਲਾਕਾਰਾਂ ਨੂੰ, ਮੈਂ ਨਾਂ ਨਹੀਂ ਲੈਣਾ, ਵਧੀਆ 5 ਤਾਂ ਹੈਗੇ ਆ, 5 ਤੋਂ 7 ਜਿਹੜੇ ਤੁਸੀਂ ਫਿਲਮਾਂ 'ਚ ਦੇਖਦੇ ਹੋ, ਹਨਾ, ਉਹ ਕੈਂਪ ਬਣੇ ਹੋ, ਔਰ ਆਪਣੇ ਤਰੀਕੇ ਨਾਲ ਉਹ ਕਰਦੇ। ਚਲੋ ਮੈਂ ਨਹੀਂ ਕਹਿੰਦਾ ਕਿ ਉਹ ਮਾੜੇ ਜਾਂ ਚੰਗੇ ਆ ਨਾ, ਪਰ ਮੈਂ ਜਦੋਂ ਆਪਣਾ ਕਨਸੈਪਟ ਕਮਰਸ਼ੀਅਲ ਐਂਗਲ ਤੋਂ ਵੀ ਦੇਖਣਾ ਚੀਜ਼ਾਂ ਨੂੰ, ਕਈ ਵਾਰੀ ਉਹ ਦੇਖੀ ਜਾਣ ਫਿਰ, ਹਨਾ, ਉਹ ਇੱਕ ਬਾਅਦ ਦਾ ਵਿਸ਼ਾ ਆ। ਸਾਊਥ ਵਾਲੇ ਕਮਰਸ਼ੀਅਲ ਐਂਗਲ ਤੋਂ ਕਿਉਂ ਨਹੀਂ ਬਣਾਉਂਦੇ ਫਿਰ, ਕਮਾਲ ਕਰ ਦਿੰਦੇ, ਕਮਾਲ ਕਰਕੇ ਤੁਸੀਂ ਬਾਰ-ਬਾਰ ਫਿਲਮ ਸਾਊਥ ਦੀ ਦੇਖਦੇ ਆ,
ਹਨਾ, ਕਿੰਨੀ ਰੀਅਲਿਸਟਿਕ ਫਿਲਮ ਹੁੰਦੀ ਹੈ। ਕਹਿਣਾ ਪੈਣਾ, ਮੇਰਾ ਛੋਟਾ ਵੀਰ ਲੱਕੀ ਸੈਣੀ, ਹਾਂਜੀ, ਉਹ ਹਿੰਦੀ ਤੇ ਪੰਜਾਬੀ ਫਿਲਮਾਂ ਨਹੀਂ ਦੇਖਦਾ ਜੀ, ਹੂੰ, ਉਹ ਉਧਰਲੀਆਂ ਫਿਲਮਾਂ ਦੇਖਦਾ ਜਿਹੜੀਆਂ ਡੱਬ ਹੋਈਆਂ ਹੁੰਦੀਆਂ। ਮੈਂ ਜਦੋਂ ਵੀ ਉਹਨੂੰ ਦੇਖਦਾ, ਮੈਂ ਉਹਨੂੰ ਕਈ ਵਾਰੀ ਟੋਕਿਆ ਸ਼ੁਰੂ ਚ, ਉਹ ਕਹਿੰਦਾ ਨਹੀਂ ਬਾਜੀ ਤੁਸੀਂ ਇਹਨਾਂ ਦਾ ਲੈਵਲ ਦੇਖੋ, ਇਹਨਾਂ ਦਾ ਆਰਟ ਦੇਖੋ, ਇਹਨਾਂ ਦੀ ਤੁਸੀਂ ਈਵਨ ਕੋਈ ਕਹਿੰਦਾ ਤੁਸੀਂ ਡਾਇਲੌਗ ਡਿਲੀਵਰੀ ਦੇਖੋ, ਐਕਸਪ੍ਰੈਸ਼ਨਸ ਦੇਖੋ, ਭਾਵੇਂ ਕਿ ਡੱਬਡ ਫਿਲਮ ਆਏ ਪਰ ਕਹਿੰਦਾ ਲੈਵਲ ਦੇਖੋ ਕਿੰਨਾ ਹੈ। ਔਰਤਾਂ ਨੂੰ ਮੈਂ ਇੱਕ ਫਿਲਮ ਦੇਖਣ ਨੂੰ ਕਹੂੰਗਾ, PADA ਪਾੜਾ, ਹਿੰਦੀ ਚ, ਉਹਦੇ ਚ ਮਲਿਆਲਮ ਚ। ਅੱਛਾ, ਇੱਕ ਪ੍ਰੈਗਨੈਂਟ ਲੇਡੀ ਕਿੱਦਾਂ ਰੈਗੂਲੇਸ਼ਨ ਲਿਆਉਂਦੀ ਹੈ, PADA ਪਾੜਾ ਉਹਦੇ ਚ ਹੈਗਾ, ਉਹਦੇ ਤੇ YouTube ਤੇ, ਹਾਂ ਮਲਿਆਲਮ ਹੈ। ਮੈਂ ਫੇਸਬੁੱਕ ਤੇ ਵੀ ਲਿਖ ਦੂੰਗਾ ਉਹਦੇ ਤੇ ਬਾਰੇ ਚ, ਮੈਂ ਲਿਖਣਾ ਵੀ ਸੀਗਾ, ਆਪਣੇ ਰਣਜੀਤ ਸੰਧੂ ਨੇ ਭੇਜੀ ਸੀ ਮੈਨੂੰ। ਅੱਛਾ, ਬੜੀ ਕਮਾਲ ਦੀ ਅਦਾਕਾਰੀ ਉਹ ਕੁੜੀ ਨੇ ਕੀਤੀ ਉਹਦੇ ਵਿੱਚ। ਉਹ ਪ੍ਰੈਗਨੈਂਟ ਲੇਡੀ ਆ ਜਿਹੜੀ ਇੱਕ ਸਿਸਟਮ ਦੇ ਨਾਲ ਦੇ ਖਿਲਾਫ ਲੜ ਰਹੀ ਆ, ਔਰ ਉਹਦੇ ਵਿੱਚ ਉਹ ਸਾਰੇ ਦਫ਼ਤਰ ਨੂੰ ਅੰਦਰ ਦੇ ਕੇ ਰੱਖਦੀ ਆ, ਇੱਕੋ ਹੀ ਲੇਡੀ। ਉਹ ਇਦਾਂ ਦੀਆਂ ਫਿਲਮਾਂ ਬਣਾਉਂਦੇ, ਤੇ ਸਾਡੇ ਕੋਲ ਜਣੀ ਚਾਣੀਆਂ ਕਨਾਤਾਂ ਦੇ ਉੱਤੇ ਹੋ ਗਈਆਂ ਹੈਗੇ ਆ, ਇਦਾਂ ਨਹੀਂ ਬਹੁਤ ਨਹੀਂ ਹੈਗੇ, ਪਰ ਇਹ ਹੈ ਕਿ ਮੈਨੂੰ ਲੱਗਦਾ ਵੀ ਜਿਹੜੀ ਆਪਟਿਮਿਸਟਿਕ, ਤੁਹਾਨੂੰ ਮੈਂ ਦੱਸਦਾ ਨਾ ਫਿਰ ਇਹਦੇ ਸਫ਼ਰ ਦਾ ਜਿਹੜਾ ਮੈਂ ਅਨਹੈਪੀ ਹੋਇਆ। ਚੰਗੇ ਕਲਾਕਾਰਾਂ ਨੂੰ ਮੈਂ ਮਿਲਿਆ ਉੱਥੇ ਜਾ ਕੇ, ਉਹ ਮਿਲਿਆ, ਉਹਨਾਂ ਨੇ ਕਿਹਾ ਉਹ ਯਾਰ ਇਹ ਕਿਹੜੀਆਂ, ਇਹ ਯਾਰ ਕਨਸੈਪਟ ਤੇ ਕੰਮ ਹੈ। ਮੈਂ ਉਹ ਕਹਿ ਕੇ ਕੰਮਾਂ ਚੋਂ ਕੰਮ ਨਹੀਂ ਹੈਗਾ, ਹੁਣ ਇਹ ਕੰਮ ਹੈ, ਔਰ ਮੈਂ ਤੁਹਾਨੂੰ ਇਹਨੂੰ ਸਕਰੀਨ ਤੇ ਇਹ ਕਰਨ ਜੋ ਕੰਮ ਹੈ। ਔਰ ਮੇਰਾ ਵਾਅਦਾ ਰਿਹਾ, ਮੈਂ ਉੱਠ ਕੇ ਇਹ ਗੱਲ ਕਹੀ। ਹੁਣ ਮੈਂ ਤੁਸੀਂ ਸਾਰੇ ਉਹਦੀਆਂ ਫਿਲਮਾਂ ਦੇਖਦੇ ਆ, ਮੈਂ ਨਾਂ ਨਹੀਂ ਲੈਣਾ, ਮੈਂ ਉਹਨੂੰ ਕਹਿ ਕੇ ਆਇਆ, ਮੈਂ ਕਿਹਾ ਵੀ ਇਹ ਸਕਰੀਨ ਤੇ ਆਊ ਪੁੱਤ, ਤੇ ਤੂੰ ਉਸ ਬੰਦੇ ਨੂੰ ਕਹਿ ਬੈਠਾ ਵੀ ਜਦੋਂ ਆਪਣੀ ਗੱਲ ਉਹ ਕਰ ਲੈਂਦੇ ਆ ਅਸੀਂ, ਤੇ ਫਿਰ ਜੀ ਉਹਦੇ ਉੱਤੇ ਖੜਦੇ ਆ। ਚੰਗੀ ਗੱਲ ਆ, ਠੀਕ ਹੈ। ਸੋ ਉਸ ਤੋਂ ਬਾਅਦ ਫਿਰ ਮੈਂ ਇਹ ਥੋੜਾ ਤਾਂ ਗੁੱਸੇ 'ਚ ਵੀ ਆਈ ਇਹ ਗੱਲ ਨਾ, ਕਿਉਂਕਿ ਉੱਥੇ ਤੁਹਾਨੂੰ ਅੱਛਾ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆ ਉੱਥੇ, ਕਿਸੇ ਵੀ ਡਾਇਰੈਕਟਰ ਕੋਲ ਚੱਲ ਜਾਓ, ਅੱਛਾ ਉਹਨੇ ਬਾਹਰ ਦਾ ਬੰਦਾ ਆਇਆ, ਉਹਨੇ ਕਿਹਾ ਵੀ ਇਹਨੂੰ ਪ੍ਰੋਡਿਊਸਰ ਹੈ, ਉਹਨੇ 1 ਕਰੋੜ ਰੁਪਈਆ ਦੱਸਣਾ ਤੁਹਾਨੂੰ ਮਿਨੀਮਮ, ਸਿਰਫ ਤੇ ਸਿਰਫ ਸ਼ੁਰੂ ਕਰਨ ਦੀ ਗੱਲ, ਵੀ ਭਾਜੀ 1 ਕਰੋੜ ਰੁਪਈਆ ਤਾਂ ਪਹਿਲਾਂ ਹੀ ਰੱਖ ਦਿਓ ਇੱਥੇ, ਤੇ ਕਰੋੜ ਦਾ ਮਤਲਬ $3 ਲੱਖ ਹੈ। ਫਿਰ ਤੁਸੀਂ ਸੋਚਿਆ ਵੀ ਇਹਦੇ ਨਾਲ ਡੱਡੂ ਫੜ ਕੇ ਫਿਲਮ ਬਣਾ ਲਈ, ਉਹ ਜ਼ਿਆਦਾ ਇਹਦੇ ਨਾਲੋਂ ਫਿਰ ਅਸੀਂ ਕਿਹਾ ਕਿ ਫਿਰ ਮੈਂ ਕੀ ਸੋਚਿਆ, ਮੈਂ ਕਿਹਾ ਵੀ ਸਕ੍ਰਿਪਟ ਰਾਈਟਿੰਗ ਆਪ ਕਰੋ, ਐਕਟਿੰਗ ਉਹਦੇ ਤੇ ਆਪ ਕਰੋ, ਜਿੰਨੇ ਐਕਟਰ ਲੋਕਲ ਤੁਸੀਂ ਲੈ ਸਕਦੇ ਹੋ ਉਨੇ ਲਓ। ਇਹ ਨਹੀਂ ਹੈ ਕਿ ਹਰ ਵੋਲੰਟਰੀ ਬਹੁਤ ਕਰਦੇ ਲੋਕ। ਮੈਂ ਕਿਹਾ ਇੱਥੇ ਤੁਸੀਂ ਇੱਕ ਵਾਰੀ ਵੋਲੰਟਰੀ ਆਪਣੇ ਐਕਟਰਸ ਨੂੰ ਲੈ ਕੇ ਤਾਂ ਦੇਖੋ। ਹਰ ਬੰਦਾ ਕਹਿੰਦਾ ਕੋਈ ਨਹੀਂ ਯਾਰ, ਜੇ ਅਸੀਂ ਵੀਕਐਂਡ ਦੇ ਉੱਤੇ ਘਰ ਵੀ ਤਾਂ ਬੈਠਣਾ ਹੀ ਆ, ਜਸਟ ਡੂ ਸਮਥਿੰਗ ਪੋਜ਼ਿਟਿਵ ਨਾ। ਹਾਂ, ਮਤਲਬ ਚਲੋ ਹਰ ਬੰਦੇ ਦਾ ਉਹ ਹੈਗਾ। ਮੇਰਾ ਇਹ ਟਾਰਗੇਟ ਨਹੀਂ ਹੈ ਕਿ ਆਪਾਂ ਸਿਰਫ ਕਿਸੇ ਸਕਰੀਨ ਤੇ ਆਉਣਾ। ਮੇਰਾ ਟਾਰਗੇਟ ਮਿੱਤਰ ਅਮਨਜੋਤ ਸਿੰਘ ਹੁਣੀ ਕਹਿੰਦੇ ਵੀ ਕੀਪ ਇਟ ਅਪ ਮੁਖਤਿਆਰ ਭਾਜੀ, ਹਾਂਜੀ, ਤੇ ਜਿੰਦੀ ਔਜਲਾ ਮਠੱਡਾ ਭੰਗੜੇ ਦੀਆਂ ਮਹਿਫਲਾਂ ਸੁਣੀਆਂ ਕਰਕੇ ਆ ਗਿਆ ਪੰਜਾਬ ਤੋਂ ਜੀ, ਤਾਂ ਇੱਥੇ ਹੁਣ ਪੰਜਾਬੀਆਂ ਦਾ ਧੁਰਾ ਕਹਾਉਂਦਾ ਹੈਮਿਲਟਨ, ਉੱਥੇ ਰੰਗ ਭਾਗ ਲਾਉਂਦਾ ਮੁੰਡਾ ਇਹ, ਉਹਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ। ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਉਹ ਜਿਹੜਾ ਉਹ ਅਨਹੈਪੀ ਹੋਣ ਤੋਂ ਬਾਅਦ ਫਿਰ ਮੈਂ ਇਹ ਸੋਚਿਆ ਕਿ ਜਿਹੜੀ ਬਜਟਿੰਗ ਹੈ ਉਹ ਬਹੁਤ ਇੰਪੋਰਟੈਂਟ ਹੈ। ਬਿਲਕੁਲ ਸਹੀ। ਹੁਣ ਤੁਸੀਂ ਇੱਕ ਹੀਰੋ ਲੈਣਾ ਪੰਜਾਬੀ ਦਾ, 80 ਲੱਖ ਰੁਪਈਆ ਮੰਗਦਾ ਸੀ ਉਸ ਟਾਈਮ, ਉਹ ਤੋਂ ਬਾਅਦ ਕੋਵਿਡ ਆ ਗਿਆ, ਫਿਰ 45 ਤੇ ਆ ਗਿਆ ਇਹ, ਹੁਣ ਉਹ 20 ਤੇ ਆਏ ਹੋ ਆ, ਤੇ ਘਰੇ ਹੰਬ ਕੇ ਬੈਠੇ ਹੁਣ ਜਦੋਂ ਹਾਲਤ ਆ ਗਈ ਆ ਕਿ ਹੁਣ ਤਾਂ 20 ਤੇ 25 ਤੱਕ ਆਏ ਆ। ਪ੍ਰਮੁੱਖ ਗਾਇਕ ਜਿਹੜਾ ਅਦਾਕਾਰ ਵੀ, ਉਹਦੇ ਨਾਲ ਗੱਲ ਹੋ ਰਹੀ ਸੀ ਕੈਨੇਡਾ ਕੱਲ ਪਰਸੋਂ, ਹਾਂਜੀ, ਉਹ ਕਹਿੰਦਾ ਭਾਜੀ ਘਰੇ ਬਾਜਾ ਵਜਾ ਕੇ ਗਲਾ ਦੁਖਣ ਲੱਗ ਪਿਆ, ਕਹਿੰਦਾ ਯਾਰ ਹੁਣ ਤਾਂ ਉਡੀਕਦੇ ਆ ਕਿਹੜੀ ਕੋਈ ਵਿਆਹ ਵਾਲੇ ਪ੍ਰੋਗਰਾਮ ਦੀ ਸੱਦ ਲਿਆ। ਹਾਂਜੀ। ਸੋ ਕਿਉਂਕਿ ਉਹ ਆਰਟ ਨੂੰ ਕੰਮ ਲੈਂਦੇ ਆ, ਅਸੀਂ ਆਰਟ ਨੂੰ ਆਰਟ ਲੈਂਦੇ। ਮੇਰੇ ਕਹਿਣ ਦੀ ਵੀ ਇਜਾਜ਼ਤ ਦਿਓ ਵੀ ਲਾਲਚ ਵੀ ਵੱਧ ਗਿਆ ਮੁਖਤਿਆਰ ਜੀ, ਬਹੁਤ ਜ਼ਿਆਦਾ ਵੱਧ ਗਿਆ ਹਨਾ। ਉਹ ਜਿੱਦਾਂ ਬਾਹਰਲੇ ਬੰਦੇ ਨੇ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚੋਂ ਆਰਟਿਸਟਿਕ ਕੰਟੈਂਟ ਫੜਨ ਦੀ ਬਜਾਏ ਉਹਦੇ ਵਿੱਚੋਂ ਇੱਕ ਸ਼ਿਕਾਰ ਲੱਭਦੇ ਆ ਉਹ। ਜੀ ਜਿਹੜੀ ਕਰੋੜ ਦੀ ਵੀ ਗੱਲ ਤੁਸੀਂ ਕੀਤੀ, ਹਾਂਜੀ। ਸੋ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਕਾਲਜ ਗਿਆ, ਮੈਂ ਆਪ ਖੁਦ ਫਿਲਮ ਲਾਈਨ ਦੇ ਵਿੱਚ ਮੈਂ ਕਾਲਜ ਚਲਾ ਗਿਆ। ਘੱਟੋ ਘੱਟ ਮੈਂ ਸਾਲਕ ਦਾ ਜਿਹੜਾ ਪਾਰਟ ਟਾਈਮ ਕੋਰਸ ਕੀਤਾ, ਹਰ ਐਂਗਲ ਨੂੰ ਸਮਝਿਆ, ਲਾਈਟਿੰਗ ਸਮਝੀ, ਸਿਨੇਮੈਟੋਗ੍ਰਾਫੀ ਨੂੰ ਸਮਝਿਆ, ਕਹਾਣੀ ਨੂੰ ਕਿੱਦਾਂ ਇੰਪਲੀਮੈਂਟ ਕਰਨਾ, ਸਭ ਤੋਂ ਕਿਹੜਾ ਐਂਗਲ ਹੋਣਾ ਚਾਹੀਦਾ। ਹੁਣ ਤੁਸੀਂ ਸਾਰੀ ਭਾਵ ਦਿਖਾਉਣੇ ਆ, ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ, ਤੁਹਾਨੂੰ ਫਿਲਮ ਭੇਜ ਦਿੱਤੀ ਸੀ ਅਸੀਂ ਰਫ ਕੱਟ ਦੇ ਉੱਤੇ ਆ, ਤੇ ਤੁਸੀਂ ਸਾਰੇ ਐਂਗਲ ਦੇਖੋਗੇ, ਇਹਦੇ ਬਹੁਤ ਕਮਾਲ ਦੇ ਐਂਗਲ ਮਤਲਬ ਕੈਮ ਹੁਣੀ ਕੀਤੇ ਹੈਗੇ ਆ, ਕੈਮ ਸ਼ਰਮਾ ਹੁਣੀ ਨੇ। ਹੁਣ ਆਪਾਂ ਫਿਲਮ, ਹਾਂਜੀ, ਕਿਉਂਕਿ ਸਮਾਂ ਜਿਹੜਾ ਉਹ ਬੜੀ ਤੇਜ਼ੀ ਨਾਲ ਭੱਜਦਾ ਜਾ ਰਿਹਾ। ਫਿਲਮ ਦਾ ਨਾਮ ਫਰੋਗੀ ਹੂਸ਼, ਜਿਹੜਾ ਹੁਣ ਮੇਰੇ ਵਰਗਾ ਲੋਡੂਵਾਲ ਤੋਂ ਹੀ ਪੜ੍ਹਿਆ ਆ, ਉਹਨੂੰ ਇਹ ਫਿਲਮ ਦੇ ਬਾਰੇ ਸਰਲ ਭਾਸ਼ਾ 'ਚ ਦੱਸੋ ਵੀ ਇਹਦਾ ਟਾਈਟਲ ਫਰੋਗੀ ਹੂਸ਼ ਕਿਉਂ। ਡੱਡੂ ਤਾਂ ਮੈਂ ਦੇਖ ਲਿਆ ਟੱਪਦਾ, ਪਹਿਲਾਂ ਤਾਂ ਅਸੀਂ ਡੱਡੂ ਫੜਿਆ, ਜਿਹੜਾ ਇਹ ਬਹੁਤ ਦਲੇਰੀ ਵਾਲਾ ਕੰਮ ਹੈ, ਤੇ ਡੱਡੂ ਫੜਨੇ ਕਿਹੜਾ ਸੌਖੇ ਆ। ਤੇ ਫਿਲਮ ਦਾ ਥੋੜਾ ਜਿਹਾ ਪਿੱਠ ਭੂਮੀ ਦੱਸੋ, ਫਿਰ ਇਹ ਦੱਸੋ ਵੀ ਇਹ ਏਡਾ ਤੁਸੀਂ ਜਿਹੜਾ ਤਾਮਝਾਮ ਕੀਤਾ, ਜਿਹਦੇ 'ਚ ਮੈਂ ਦੇਖ ਰਿਹਾ ਕੈਮਰੇ ਦਾ ਐਂਗਲ ਬੜਾ ਸ਼ਾਨਦਾਰ ਆ, ਜਿੱਥੇ ਤੁਸੀਂ ਪਾਰਟ ਆਫ ਦਾ ਸਿਸਟਮ ਵਾਲੀ ਗੱਲ ਕਹਿੰਦੇ ਆ, ਤਾਂ ਫਿਰ ਉਹ ਤੁਹਾਡਾ ਜਿਹੜਾ ਪਰਿਵਾਰ ਆ, ਉਹ ਤੁਹਾਡੇ ਨਿੱਜੀ ਟਰੌਮੇ ਦੇ ਸਿੱਟੇ ਵਜੋਂ ਉਹਨੂੰ ਬੜੇ ਕੌਨਸੀਕੁਐਂਸਿਸ ਭੁਗਤਣੇ ਪੈਂਦੇ ਆ। ਖਾਸ ਤੌਰ ਤੇ ਇਹਦੇ ਵਿੱਚ ਜਿਹੜੇ ਛੋਟੇ ਬੱਚੇ ਮੈਂ ਦੇਖ ਰਿਹਾ, ਸਾਡੇ ਸਿੱਖ ਸਰਦਾਰ ਪਛਾਣ ਵਾਲੇ ਜਿਹੜੇ ਨੌਜਵਾਨ ਤੇ ਬਜ਼ੁਰਗ ਦੇਖ ਰਿਹਾ,
ਛੋਟਾ ਬੱਚਾ ਉਦੇ ਜਿਹੜਾ ਇੱਥੋਂ ਦਾ ਜੰਮ ਪਲਿਆ, ਜਦੋਂ ਇਹਨੂੰ ਮੂੰਹ ਭਰ ਕੇ ਬਾਪੂ ਕਹਿੰਦਾ, ਉਹ ਚੀਜ਼ ਮੈਨੂੰ ਨਿੱਜੀ ਤੌਰ ਤੇ ਬਹੁਤ ਵਧੀਆ ਲੱਗੀ, ਤੇ ਮੈਂ ਉਮੀਦ ਕਰਦਾ ਕਿ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਵੀ ਬਹੁਤ ਸੋਹਣੀ ਲੱਗਣੀ ਹੈ। ਸੋ ਥੋੜਾ ਜਿਹਾ ਫਿਲਮ ਦੇ ਬਾਰੇ ਜਾਣਕਾਰੀ ਦਿਓ। ਹਾਂਜੀ, ਉਹ ਇਦਾਂ ਸੀ, ਮੈਂ ਤਾਂ ਕੈਮ ਨੇ ਸੀ 2 ਪਹਿਲਾਂ ਫਿਲਮਾਂ ਕੀਤੀਆਂ, ਦਮੇਲ ਤਾਂ ਤੁਸੀਂ ਦੇਖ ਹੀ ਲਈ ਹੈ, ਪੰਜਾਬੀ ਫਿਲਮ ਹਾਂ ਨਾਲ ਸੀ। ਹਾਂ, ਤੇ ਦੂਸਰੀ ਜਿਹੜੀ ਸੀ ਮੇਰੀ ਲਿਖੀ ਹੋਈ ਫਿਲਮ ਹੈ ਬਲੈਕ ਹੋਲ। ਅਸੀਂ ਉਹ ਅੱਧੇ ਘੰਟੇ ਦੀ ਫਿਲਮ ਜਿਹੜੀ ਆ, ਬਹੁਤ ਜ਼ਬਰਦਸਤ ਕੰਮ ਆ। ਹਾਂਜੀ, ਉਹ ਤੁਹਾਨੂੰ ਕਿਤੇ ਬਾਹਰ, ਹੁਣ ਅਸੀਂ ਕਰ ਕੀ ਰਹੇ ਹਾਂ ਕਿ ਇਹ ਸਾਰੇ ਤਿੰਨੇ ਪ੍ਰੋਜੈਕਟ ਸਾਰੇ ਅਸੀਂ ਇੱਕ ਦਿਨ ਸਿਨੇਮੇ 'ਚ ਦਿਖਾ ਰਹੇ ਹਾਂ, ਸਾਰਿਆਂ ਨੂੰ ਬਿਲਕੁਲ ਫ੍ਰੀ। ਅੱਛਾ, ਜਿਹਨੇ ਆਉਣਾ ਉਹ ਆ ਜਾਊਗਾ। ਇਹ ਪਰ ਡੇਟ ਹਾਲੇ ਤੈਅ ਨਹੀਂ ਹੈ। ਨਾਲ ਆਈਸਕ੍ਰੀਮ ਦਿਓਗੇ? ਉਹ ਤੁਸੀਂ ਦੇਖ ਲਿਓ ਬਾਹਰ ਬੈਠੇ, ਅਮਰੀਕ ਭਾਈ ਨੂੰ ਕਹਿ ਦਾਂਗੇ। ਅੱਛਾ, ਉਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਇਹ ਫਿਲਮ ਅਸੀਂ ਜਾਂਦੇ ਸੀ, ਜਦੋਂ ਸਾਡੀ ਇੱਕ ਹੋਰ ਚੱਲਦੀ ਸੀਗੀ, ਐਕਚੁਅਲ ਦੇ ਵਿੱਚ ਸਾਨੂੰ ਇੱਕ ਹੋਰ ਚਾਂਸ ਮਿਲ ਰਿਹਾ ਸੀ, ਬਟ ਫਰੋਗੀ ਹੁਸ਼ ਇਜ਼ ਅ ਜੋਕ। ਉਹ ਕੀ ਹੈ ਕਿ ਜੋਕ ਕੀ ਆ ਕਿ ਕਹਿੰਦੇ ਜਦੋਂ ਡੱਡੂ ਦੀਆਂ ਲੱਤਾਂ ਕੱਟ ਦਈਏ ਤਾਂ ਡੀਫ ਹੋ ਜਾਂਦਾ। ਇਹ ਜੋਕ ਹੈ ਗੋਰਿਆਂ 'ਚ, ਉਹ ਕਹਿਣ ਨੂੰ ਜੋਕ ਹੈ, ਪਰ ਜੰਪ ਤਾਂ ਉਹ ਇਸ ਕਰਕੇ ਨਹੀਂ ਕੱਟਿਆ ਜਾਂਦਾ ਕਿਉਂਕਿ ਉਹਦੀ ਪਾਵਰ ਖਤਮ ਹੋ ਜਾਂਦੀ, ਕਿਉਂਕਿ ਪਿੱਛੇ ਹਨਾ। ਜਦੋਂ ਇਹ ਸਾਰੀ ਅਸੀਂ ਗੱਲ ਕਰ ਰਹੇ ਸੀ ਤਾਂ ਥੋੜਾ ਜਿਹਾ ਕੈਮ ਦੇ ਦਿਮਾਗ ਦੇ ਵਿੱਚ ਕਾਫੀ ਆਈਡੀਆ ਕਲੀਅਰ ਸੀਗਾ, ਤੇ ਥੋੜਾ ਜਿਹਾ ਇਨਪੁਟ ਮੈਂ ਪਾਈ। ਲੰਮੇ ਸਮੇਂ ਤੋਂ ਕੈਮ ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ। ਹਾਂ, ਹਾਂਜੀ। ਤੇ ਉਸ ਤੋਂ ਬਾਅਦ ਇਹ ਅਸੀਂ ਲਿਖੀ ਨਾਲ ਸਾਡੇ ਜੀਨ ਗਰੇ ਆ ਕੁੜੀ, ਅੱਛਾ, ਇੱਥੇ ਦੀ ਜਰਨਲਿਸਟ ਹੈ ਉਹਨੇ ਫਿਰ ਨਾਲ ਜਿਹੜੀ ਆ ਸਕ੍ਰਿਪਟ ਰਾਈਟਿੰਗ ਇੰਗਲਿਸ਼ ਦੇ ਵਿੱਚ ਕੀਤੀ, ਤੇ ਕੈਮ ਤੇ ਉਹਨਾਂ ਨੇ ਕਾਫੀ ਕੰਮ ਕੀਤਾ ਇਹਦੇ ਤੇ। ਠੀਕ ਹੈ। ਉਸ ਤੋਂ ਬਾਅਦ ਫਿਰ ਸਾਡੇ ਕੋਲ ਟੀਮ ਆਪਣੀ ਕੈਮਰੇ ਦੀ, ਐਡੀਟਿੰਗ ਦੀ, ਹੋਰ ਇਨ ਹਾਊਸ ਹੀ ਸਾਰਾ ਕੁਝ ਹੋਇਆ। ਅੱਛਾ ਜੀ। ਉਸ ਤੋਂ ਬਾਅਦ ਇਹ ਕਿਹਨੇ ਖਰਚੇ? ਆਪਾਂ ਹੀ, ਜਾਂ ਉਹਨੇ ਖਰਚੇ ਜਾਂ ਮੈਂ ਖਰਚੇ। ਇੰਨੇ ਪੈਸੇ ਖਰਚ ਕੇ ਮੁੜ ਕੇ ਏਡੀ ਵੱਡੀ ਗੱਡੀ ਤੇ ਕਾਲੀ ਜੀਨ ਦੀ ਜੈਕਟ ਪਾਉਣ ਜੋਗੇ ਪੈਸੇ ਨਿਕਲੇ ਆਉਂਦੇ ਆ। ਉਹ ਨਾ, ਆਪਾਂ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਪੈਸਿਆਂ ਵਾਲੇ ਮਾਮਲੇ 'ਚ ਤਾਂ ਆਪਾਂ ਹੈ ਹੀ ਨਹੀਂ ਹੈ। ਸਰਜੀਤ ਸਿੰਘ ਚੰਦੇਵਾ ਹੁਣੇ ਵੀ ਤੁਹਾਨੂੰ ਹੱਲਾਸ਼ੇਰੀ ਦੇ ਰਿਹਾ, ਕਾਫੀ ਸਾਡੇ ਸੀਨੀਅਰ ਤੇ ਬਹੁਤ ਸਰਗਰਮ ਰਹਿਣ ਵਾਲੇ ਜੀ, ਕਹਿੰਦੇ ਵੀ ਕੀਪ ਅਪ ਦਾ ਗੁੱਡ ਵਰਕ। ਸਰਦੇਵਾ ਸਾਹਿਬ, ਧੰਨਵਾਦ ਤੁਹਾਡੀਆਂ ਅਸੀਸਾਂ ਦੇ ਲਈ। ਧੰਨਵਾਦ ਜੀ ਸਾਰਿਆਂ ਦਾ ਜੀ। ਫਿਰ ਉਸ ਤੋਂ ਬਾਅਦ ਅਸੀਂ, ਜਿੱਥੇ ਤੱਕ ਪੈਸਿਆਂ ਦੀ ਗੱਲ ਸੀ, ਮੈਂ ਬਹੁਤ ਸਾਰੇ ਮਿੱਤਰਾਂ ਨੂੰ ਕਿਹਾ ਕਿ ਵੀ ਤੁਰੀਏ ਉਨਾ ਕੀ ਜਿੰਨਾ ਕੁ ਭਾਰ ਚੱਕ ਕੇ ਤੁਰ ਸਕੀਏ, ਹੌਂਕੀਏ ਨਾ ਲੰਮਾ ਤੁਰੀਏ। ਮਤਲਬ ਜੇ ਤੁਸੀਂ ਇੱਕਦਮ ਕੋਈ ਵੱਡਾ ਕੰਮ ਕਰ ਲੈਂਦੇ ਹੋ। ਸੋ ਮੈਂ ਜਿਹੜਾ ਤਜਰਬਾ ਹੌਲੀ ਹੌਲੀ ਲਿਆ, ਪਹਿਲਾਂ ਅਸੀਂ 13 ਮਿੰਟ ਦੀ ਆ ਫਿਲਮ ਜਿਹਦੀ ਮੈਂ ਡਾਇਰੈਕਟ ਆਪ ਕੀਤੀ, ਦਮੇਲ ਫਿਲਮ ਦੀ ਸਾਰੀ ਲਿਖੀ ਹੋਈ ਮੇਰੀ ਸੀ। ਉਹ ਕਾਵਿਕ ਫਿਲਮ ਹੈ, ਹਸਬੈਂਡ ਵਾਈਫ ਤੇ ਜਾਂ ਮੇਲ ਫੀਮੇਲ ਤੇ ਆ, ਠੀਕ ਹੈ। ਉਸ ਤੋਂ ਬਾਅਦ ਅਸੀਂ ਬਲੈਕ ਹੋਲ ਕੀਤੀ। ਹੁਣ ਅਸੀਂ ਇਹ ਫਿਲਮ ਜਿਹੜੀ ਕੀਤੀ ਆ, ਇਹਦਾ ਉਹਨਾਂ ਦੋਨਾਂ ਫਿਲਮਾਂ ਨਾਲੋਂ ਕੁਆਲਿਟੀ ਕਿਤੇ ਜ਼ਿਆਦਾ ਉੱਤੇ ਚਲੀ ਗਈ। ਠੀਕ ਹੈ ਜੀ। ਤੇ ਸਾਡੀ ਅਦਾਕਾਰੀ 'ਚ ਦੇਖ ਲਓ, ਸਾਡੀ ਰਾਈਟਿੰਗ 'ਚ ਦੇਖ ਲਓ, ਡਾਇਲੌਗ ਡਿਲੀਵਰੀ 'ਚ ਦੇਖ ਲਓ, ਹਰ ਇੱਕ ਉਹ ਚੀਜ਼ ਜਿਹੜੀ ਸੀਗੀ, ਜਿਹੜੀ ਅਸੀਂ ਹੋਰ ਵੀ ਪਰਫੈਕਟਲੀ ਕੀਤੀ। ਪਰ ਬੰਦਾ ਹਮੇਸ਼ਾ ਸਿੱਖਦਾ ਰਹਿੰਦਾ, ਗਲਤੀਆਂ ਕਰਦਾ ਰਹਿੰਦਾ। ਇਹ 'ਚ ਵੀ ਹੋਈਆਂ ਬਹੁਤ ਸਾਰੀਆਂ। ਇਹ ਤੁਹਾਡਾ ਰਵੱਈਆ ਮੈਨੂੰ ਬਹੁਤ ਵਧੀਆ ਲੱਗਾ ਇਸ ਫੀਲਡ ਦੇ ਵਿੱਚ। ਸੋ ਫਿਲਮ ਦਾ ਜਿਹੜਾ ਕਨਸੈਪਟ ਆ, ਮੈਂ ਦੇਖ ਰਿਹਾ ਉਹਦੇ ਵਿੱਚ ਤੁਸੀਂ ਕਿਤੇ ਵੀ ਬਹੁਤਾ ਖੁਸ਼ ਨਹੀਂ ਦਿਖਾਈ ਦੇ ਰਹੇ। ਤੁਹਾਡੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਦੱਸ ਰਹੇ ਆ ਕਿ ਤੁਹਾਡੇ ਮਨ ਦੇ ਵਿੱਚ ਬੀਤੇ ਸਮੇਂ ਦੀਆਂ ਜਿਹੜੀਆਂ ਘਟਨਾਵਾਂ, ਉਹਨਾਂ ਦਾ ਪਰਛਾਵਾਂ ਜਿਹੜਾ ਉਹ ਤੁਹਾਡੇ ਨਾਲ ਤੁਰਦਾ, ਭਾਵੇਂ ਕਿ ਤੁਸੀਂ ਪ੍ਰੋਫੈਸ਼ਨਲ ਤੌਰ ਦੇ ਉੱਤੇ ਇੱਕ ਵਿਗਿਆਨੀ ਦੇ ਤੌਰ ਦੇ ਉੱਤੇ ਨਜ਼ਰ ਆਉਂਦੇ ਹੋ ਜੀ। ਫਿਲਮ ਦਾ ਜਿਹੜਾ ਸਾਰ ਤੱਤ ਕੀ ਹੈ? ਸੈਂਟਰਲ ਆਈਡੀਆ ਕੀ ਹੈ? ਸੈਂਟਰਲ ਆਈਡੀਆ ਹੈ ਕਿ ਜਿਹੜੀ ਇੱਕ ਬਿਮਾਰੀ ਆ, ਰੈਪੀਟੇਟਿਵ ਕੰਪਲਸ਼ਨ ਡਿਸਆਰਡਰ, ਅਸੀਂ ਉਹਦੇ ਤੇ ਆ ਇਹ ਸਾਰਾ। ਅੱਛਾ। ਜਦੋਂ ਕਿਸੇ ਵੀ ਬੰਦੇ ਨਾਲ ਬਚਪਨ ਦੇ ਵਿੱਚ ਜਾਂ ਜਵਾਨੀ 'ਚ ਕਹਿ ਲਓ, ਜਦੋਂ ਵੀ ਮਰਜੀ, ਪਰ ਬਚਪਨ 'ਚ ਅਸੀਂ ਦਿਖਾਇਆ ਹੋਇਆ। ਠੀਕ ਹੈ। ਬਚਪਨ ਦੇ ਵਿੱਚ ਜਦੋਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਆ ਜਿਹੜੀ ਬਹੁਤ ਤੁਹਾਨੂੰ ਹਰਟ ਕਰਦੀ ਆ, ਉਹ ਸਾਰੀ ਉਮਰ ਬੰਦੇ ਦੇ ਨਾਲ ਚੱਲਦੀ ਆ, ਚਾਹੇ ਫਿਜ਼ੀਕਲ ਵਾਇਲੈਂਸ ਆ, ਕੁਛ ਵੀ, ਕਿਸੇ ਵੀ ਤਰ੍ਹਾਂ ਦਾ ਵਾਇਲੈਂਸ ਹੋ ਗਿਆ ਤੁਹਾਡੇ ਨਾਲ, ਉਹ ਜਿਹੜਾ ਵਾਇਲੈਂਸ ਆ, ਫਿਰ ਉਹ ਜਿਹੜਾ ਮੇਰਾ ਰੋਲ ਆ, ਉਹ ਇੱਕ ਉਸ ਬਿਮਾਰੀ ਦੇ ਵਿਕਟਮ ਦਾ ਹੈਗਾ ਆ। ਅੱਛਾ। ਮੈਨੂੰ ਲੱਗੀ ਹੋਈ ਬਿਮਾਰੀ ਆ, ਪਰ ਮੈਨੂੰ ਪਤਾ ਨਹੀਂ ਲੱਗ ਰਿਹਾ। ਜਿਹੜੇ ਡਾਇਲੌਗਸ, ਫਿਰ ਡੱਡੂ ਜਿਹੜਾ ਹੈ ਨਾ ਜੀ, ਫਰੋਗ ਹੈ, ਉਹ ਸਾਡਾ ਇੱਕ ਪਾਤਰ ਹੈ। ਅੱਛਾ। ਉਹਨਾਂ ਮੇਰੀ ਸਾਰੀ ਗੱਲਬਾਤ ਉਹਨਾਂ ਹੀ ਆ। ਆਈ ਟਾਕ ਟੂ, ਵੀ ਆਲ ਪਾਰਟ ਆਫ ਦਾ ਸਿਸਟਮ ਐਂਡ ਯੂ ਐਂਡ ਮੀ, ਹਨਾ। ਉਹੀ ਉਹ ਡਾਇਲੌਗ ਜਿਹੜੀ ਡਿਲੀਵਰੀ ਹੁਣ ਤੁਸੀਂ ਸੁਣਾਈ ਦਿੱਤੀ ਆ ਭਈ, ਹਨਾ, ਉਹਦੇ ਵਿੱਚ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜਾ ਡੱਡੂ ਆ, ਉਹਨੂੰ ਵੀ ਲੈਬ ਦੇ ਵਿੱਚ ਲਿਜਾ ਕੇ ਸਭ ਤੋਂ ਵੱਧ ਕੱਟਿਆ ਵੱਢਿਆ ਜਾਂਦਾ। ਹਾਂ, ਬਿਲਕੁਲ ਸਹੀ। ਠੀਕ ਹੈ ਜੀ। ਬਚਪਨ 'ਚ ਕੱਟ ਵੱਢ ਏਦਾਂ ਹੋਈ, ਫਿਰ ਅਸੀਂ ਇਹ ਪਾਰਟ ਜਿਹੜਾ ਬਚਪਨ ਦਾ ਦਿਖਾਇਆ, ਉਹ ਅਸੀਂ 84 ਦਾ ਦਿਖਾਤਾ। ਅੱਛਾ ਜੀ। ਹਾਂਜੀ। ਜਿਹੜਾ ਤਸ਼ੱਦਦ, ਚਾਹੇ ਉਹ ਸਰਕਾਰੀ ਹੋਵੇ ਚਾਹੇ ਦੂਜੇ ਪਾਸੇ ਹੋਵੇ, ਕਾਲਾ ਦੌਰ ਜਿਹੜਾ ਆ, ਉਹਦੇ 'ਚ ਬੱਚੇ ਦੇ ਮਨ ਤੇ ਕੀ ਅਸਰ ਪਿਆ। ਅੱਛਾ ਜੀ। ਅਸੀਂ ਵੱਖਰੇ ਕੰਸੈਪਟ ਨੂੰ ਚੂਜ਼ ਕਰ ਰਹੇ ਸੀ, ਪਰ ਕਿਉਂਕਿ ਥੋੜੀ ਜਿਹੀ ਕਹਾਣੀ ਆਪਣੀ ਸਾਰਿਆਂ ਦੀ ਹੈਗੀ ਹੈ। ਬਿਲਕੁਲ ਸਹੀ, ਬਿਲਕੁਲ ਠੀਕ ਹੈ। ਸਾਡੇ ਤੇ ਜਿਹੜੇ ਪ੍ਰਭਾਵ ਰਹੇ ਆ ਉਸ ਕਾਲੇ ਦੌਰ ਦੇ, ਉਸ ਵੇਲੇ ਅਸੀਂ ਬਹੁਤ ਛੋਟੇ ਸੀਗੇ, ਕੋਈ ਵੀ ਛੂਤਾ ਨਹੀਂ, ਹਨਾ, ਕੋਈ ਵੀ ਛੂਤਾ ਨਹੀਂ ਰਹਿ ਸਕਿਆ। ਉਹ ਫਿਰ ਨਾਲ ਚੱਲਦਾ ਹੈਗਾ ਆ। ਅਸੀਂ ਫਿਰ ਉਹ ਬੱਚੇ ਦਾ ਜਿੱਦਾਂ ਹੱਥ ਹੈ ਉਹ ਕੱਟਿਆ ਜਾਂਦਾ।
ਓਏ ਹੋਏ ਹੋਏ। ਉਹ ਅੱਗੇ ਜਾ ਕੇ ਤੁਸੀਂ ਜਿਹੜੀ ਫਿਲਮ ਦੇਖੋਗੇ ਉਹ ਬਹੁਤ ਹੀ ਪੇਨਫੁਲ ਹੈ। ਤੇ ਜਿਹੜਾ ਮੇਰਾ ਸਾਰੇ ਦਾ ਸਾਰਾ ਪਾਰਟ ਹੈ ਉਹ ਅਸੀਂ ਉਹਦੇ ਵਿੱਚ ਸਿਗਮੰਡ ਫਰਾਇਡ ਤੇ ਸ਼ੇਕਸਪੀਅਰ ਜਿਹੜਾ ਆ, ਦੋ ਬੰਦੇ ਇਦਾਂ ਦੇ ਲਏ ਆ। ਉਹ ਕਹਿੰਦਾ ਵੀ this whole world is a stage and male and female are merely players। ਇਹਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਉਹ ਰੰਗਮੰਚ ਆ ਜ਼ਿੰਦਗੀ, ਔਰ ਉੱਤੇ ਅਸੀਂ ਪਲੇ ਕਰਨ ਆਉਂਦੇ ਆ, ਪਰ ਉਹਦੇ ਰੋਲ ਅਦਾ ਕਰਦੇ ਆ। ਪਰ ਇਹ ਜਿਹੜਾ ਸਾਰਾ ਸਿਸਟਮ ਹੈ, ਉਸ ਸਿਸਟਮ ਦੇ ਵਿੱਚ ਫਿਰ ਅਸੀਂ ਇੱਕ ਹੋਰ ਵਾਇਲੈਂਸ ਤੇ ਗੱਲ ਕਰਦੇ ਹਾਂ। ਹੁਣ ਦੇਖੋ, ਅਸੀਂ ਇੱਕ ਦੂਜੇ ਦੀ ਕੱਟ ਵੱਢ ਕੱਢਦੇ ਹਾਂ। ਇਹਦੇ ਵਿੱਚ ਜਿਹੜਾ ਫਿਲਮ ਦੇ ਵਿੱਚ ਅਸੀਂ ਹੋਰ ਗੱਲ ਕਹੀ ਕਿ ਜਿਹੜਾ ਇੱਕ ਸਿਪਾਹੀ ਹੈ, ਅੱਛਾ, ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਜਿਹੜਾ ਸਿਪਾਹੀ ਹੈ, ਸਿਪਾਹੀ ਨੂੰ ਕੱਟ ਵੱਢਣ ਨੂੰ ਦਿੱਤਾ ਜਾਂਦਾ। ਤੁਸੀਂ ਕਿਸੇ ਵਿਚਾਰਧਾਰਾ, ਇੱਕ ਵਿਚਾਰਧਾਰਾ ਦੂਜੇ ਨੂੰ ਮਾਰ ਦਿੰਦਾ। ਇੱਥੇ ਆਪਣਾ ਹੁੰਦੀਆਂ ਹੀ ਆ, ਉਹਨੂੰ ਟ੍ਰੇਨ ਕੀਤਾ ਜਾਂਦਾ। ਅਫਸੋਸ ਦੀ ਗੱਲ ਪਤਾ ਕੀ ਹੈ, ਕੱਟ ਵੱਢ ਦੇਣਾ, ਮੰਨ ਲਓ ਤੁਹਾਡੀ ਮੇਰੀ ਲੜਾਈ ਹੋ ਗਈ, ਆਪਾਂ ਕਿਸੇ ਨੂੰ ਕੱਟ ਵੱਢ ਦਿੱਤਾ। ਅਫਸੋਸ ਦੀ ਗੱਲ, ਜਿਹੜੇ ਬੰਦੇ ਇਸ ਵਰਦੀ ਨੂੰ ਪਾ ਕੇ ਬੈਠੇ ਹੁੰਦੇ ਆ, ਉਹ ਵਾਇਲੈਂਸ ਦਾ ਜਿਹੜਾ ਹੈਗਾ ਆ, ਉਸ ਕੱਟ ਵੱਢ ਨੂੰ ਗਲੋਰੀਫਾਈ ਕਰਕੇ ਦੱਸਦੇ ਆ। ਤੇ ਉਹਦੇ ਵਿੱਚ ਸਾਡੇ ਡਾਇਲੋਗ ਹੈ, ਵਾਇਲੈਂਸ ਬਿਕਮ ਪ੍ਰੋਫੈਸ਼ਨ। ਬਹੁਤ ਸੋਹਣੀ ਗੱਲ। ਫਿਰ ਜਦੋਂ ਵਾਇਲੈਂਸ ਹੁੰਦੀ ਆ, ਉਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਦੱਸਿਆ ਜਾਂਦਾ। ਹੁਣ ਤਾਜ਼ਾ ਤਰੀਨ ਰਸ਼ੀਆ ਦੇ, ਹਾਂ, ਮੈਂ ਉੱਥੇ ਆਉਣ ਲੱਗਾ ਸੀ। ਸਰਬਜੀਤ ਸੋਹੀ ਨੇ ਬਹੁਤ ਸੋਹਣੀਆਂ ਗੱਲਾਂ ਲਿਖੀਆਂ। ਮੈਂ ਕਾਬਲੇ ਤਾਰੀਫ ਸਮਝਦਾ ਜਦੋਂ ਪਾਤਰ ਸਾਹਿਬ ਕਹਿੰਦੇ ਨੇ ਵੀ ਜੇ ਹੋਰ ਨਹੀਂ ਹੈ ਦਰ ਕੋਈ ਤਾਂ ਲਫ਼ਜ਼ਾਂ ਦੀ ਦਰਗਾਹ ਹੈ। ਹਾਂਜੀ, ਸੋ ਵਾਕਈ ਸਹੀ ਗੱਲ ਆ। ਜਦੋਂ ਤੁਸੀਂ ਫਿਲਮ ਦੇ ਉੱਤੇ ਸੁਨਹਿਰੀ ਪਰਦੇ ਉੱਤੇ ਉਹਨੂੰ ਰੂਪਮਾਨ ਕਰਦੇ ਹੋ, ਫਿਰ ਤਾਂ ਉਹ ਗੱਲ ਵੈਸੇ ਹੀ ਗਾਂ ਦੀ ਗਾਂ ਕਿਤੇ ਪਹੁੰਚ ਜਾਂਦੀ ਹੈ। ਜੀ। ਫਿਰ ਅਸੀਂ ਜਿਹੜਾ ਐਕਚੁਅਲ ਦੇ ਵਿੱਚ ਤੁਸੀਂ ਛਾਲ ਮਾਰਦਾ ਦਿਖਾਉਂਦੇ, ਰਿਚਰਡ ਹੈ, ਮੋਰੀ ਹੈ, ਨਵਤੇਜ ਦੇ ਨਾਨਕੇ ਜਾ ਕੇ ਉਹਨੂੰ ਛਾਲ ਮਰਾਉਣੀ ਪਈ। ਉਹਨੂੰ ਰੀਅਲ ਛਾਲ ਮਰਵਾਈ ਸੀ। ਨਹੀਂ, ਨਵਤੇਜ ਵੀ ਉੱਥੋਂ ਬਹੁਤ ਛਾਲ ਮਾਰਦਾ ਹੁੰਦਾ ਸੀ। ਹਾਂ, ਪਹਿਲਾਂ ਇਹਨੂੰ ਪੁੱਛਿਆ ਸੀ, ਪਰ ਹੁਣ ਇਹ ਬੜਾ ਹੋ ਗਿਆ, ਕਹਿੰਦਾ ਮੇਰੇ ਕੋਲ ਲੱਗੀ ਮੈਂ, ਤੂੰ ਮਾਰਦੇ ਹੈ ਨਾ। ਉੱਥੇ ਦਾ ਇੱਕ ਮੁਖਤਿਆਰੀ, ਤੁਹਾਨੂੰ ਸ਼ਾਇਦ ਨਹੀਂ ਦੱਸਿਆ ਵੀ ਹੋਣਾ, ਉਹ ਉੱਥੇ ਦਾ ਇੱਕ ਜ਼ਰੂਰੀ ਕਰਮ ਆ ਜੀ। ਨਰਵਾਈ ਵਾਲੇ ਪੁਲ ਤੋਂ ਜਿਹਨੇ ਛਾਲ ਨਹੀਂ ਮਾਰੀ, ਸਮਝ ਲਓ ਉਸ ਇਲਾਕੇ ਦਾ ਜੰਪਲ ਨਹੀਂ ਹੈ। ਹਾਂ, ਗੱਲ ਆ। ਆਹੋ, ਤੇ ਉਹੀ ਜਿੱਦਾਂ ਪੰਜਾਬੀ ਕੋਈ ਗਾਰਡ ਨਾ ਕੱਢੇ, ਫਿਰ ਉਹ ਪੰਜਾਬੀ ਨਹੀਂ ਕਹਿੰਦੇ ਮੰਨਿਆ ਜਾਂਦਾ ਨਾ। ਇਹ ਜਿਹੜੀ ਬਣਤ ਬਣੀ ਆ, ਇਹਨੂੰ ਆਪਾਂ ਕਦੋਂ ਤੱਕ ਲੋਕਾਂ ਦੇ ਸਾਹਮਣੇ ਰੱਖਣਾ, ਕਿਉਂਕਿ ਲੋਕ ਬੜੇ ਐਕਸਾਈਟਡ ਨੇ। ਸਾਡਾ ਜਿਹੜਾ ਸਿੱਖੀ ਸਰੂਪ ਵਾਲਾ ਭਾਈਚਾਰਾ, ਉਹਨਾਂ ਨੇ ਵੀ ਤੁਹਾਡੇ ਜਿਹੜੇ ਟ੍ਰੇਲਰ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ। ਕਲਾ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੇ ਜਿਹੜੇ ਲੋਕ ਨੇ, ਉਹ ਵੀ ਉਤਸੁਕ ਨੇ ਇਸ ਨੂੰ ਦੇਖਣ ਦੇ ਲਈ। ਤੇ ਓਬਵੀਅਸਲੀ ਅਸੀਂ ਚਾਹਾਂਗੇ, ਅਸੀਂ ਰੇਡੀਓ ਸਪਾਈਸ ਵੱਲੋਂ ਵੀ ਜੋ ਬੈਸਟ ਪੋਸੀਬਲ ਇਹਨੂੰ ਅੱਗੇ ਪ੍ਰਸਾਰ ਕਰਨ ਦੇ ਲਈ, ਇਸ ਤਰ੍ਹਾਂ ਦੀ ਗੱਲ ਨੂੰ, ਇਸ ਤਰ੍ਹਾਂ ਦੇ ਸੁਨੇਹੇ ਨੂੰ, ਕਿਉਂਕਿ ਬੜੀ ਸੰਵੇਦਨਸ਼ੀਲ ਗੱਲ ਹੈ, ਅੱਗੇ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ। ਤੇ ਕਦੋਂ ਤੱਕ ਇਹ ਸਾਰੀ ਚੀਜ਼ ਜਿਹੜੀ ਅਵੇਲੇਬਲ ਹੋ ਜਾਣੀ ਹੈ ਫਾਈਨਲੀ? ਕਿਉਂਕਿ ਮੈਨੂੰ ਪਤਾ ਥੋੜਾ ਬਹੁਤ ਐਡਿਟ ਸ਼ਾਇਦ ਤੁਸੀਂ ਹਲੇ ਕਰਨਾ ਹੋਵੇ। ਹਾਂਜੀ, ਰਫ ਕੱਟ ਸਾਡੇ ਬਣ ਗਏ ਸਾਰੇ, ਬਾਕੀ ਫਿਲਮਾਂ ਸਾਡੀਆਂ ਤਿਆਰ ਹੈ। ਅਸੀਂ ਇਹਨੂੰ ਕਰੀਬ 1 ਮਹੀਨੇ ਦੇ ਵਿੱਚ ਜਦੋਂ ਵੀ ਸਾਨੂੰ ਸਿਨੇਮੇ ਦੀ ਡੇਟ ਮਿਲ ਗਈ, ਅੱਛਾ ਜੀ, ਅਸੀਂ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਦਿਖਾ ਦੇਣੀ ਆ। ਅਸੀਂ ਕੋਸ਼ਿਸ਼ ਇਹ ਕਰਨੀ ਆ ਵੀ ਜਿਹਨੇ ਬੁਕਿੰਗ ਕਰਾ ਲਈ ਪਹਿਲਾਂ, ਜਿੱਦਾਂ ਆਪਾਂ ਸਾਰੇ ਰੇਡੀਓ ਸਟੇਸ਼ਨ ਤੇ ਕਹਿ ਦੇਣਾ ਪਾਸ, ਜਿੱਦਾਂ ਹਾਂ, ਪਾਸ ਟਾਈਪ ਆਫ ਹੋਣਾ। ਫਿਰ ਅਸੀਂ ਦੇਖਾਂਗੇ ਸਾਨੂੰ 2 ਸ਼ੋਅ ਚਾਹੀਦੇ ਆ ਜਾਂ 1 ਸ਼ੋਅ ਚਾਹੀਦਾ ਹੈ, ਕਿਉਂਕਿ 200 ਬੰਦੇ ਦੀ ਇੱਕ ਹੁੰਦੀ ਮੈਨੂੰ ਲੱਗਦਾ, ਹਨਾ, ਡਿਪੈਂਡ ਕਰਦਾ ਜੀ, 180 ਕਈ ਸਿਨੇਮੇ 180 ਵਾਲੇ, ਹਨਾ। ਤੇ ਸੋ ਅਸੀਂ 2 ਕਰਨੇ ਜਾਂ 3 ਕਰਨੇ, ਉਹ ਡਿਪੈਂਡ ਕਰਦਾ ਕਿ ਆਪਣਾ ਜਿਹੜਾ ਰਿਸਪੌਂਸ ਹੈ ਬਿਲਕੁਲ ਸਹੀ ਕਿੱਦਾਂ। ਔਰ ਅਸੀਂ ਛੁੱਟੀ ਵਾਲੇ ਦਿਨ ਹੀ ਰੱਖਾਂਗੇ ਜਦੋਂ ਤੁਸੀਂ ਮਤਲਬ। ਸੋ ਤੁਹਾਡੀ ਜਿਹੜੀ ਸਪੋਰਟ ਹੈ ਇਸ ਮਾਮਲੇ ਦੇ ਵਿੱਚ, ਖਾਸ ਕਰ ਨਿਊਜ਼ੀਲੈਂਡ 'ਚ ਮੈਂ 17-18 ਸਾਲ ਤੋਂ ਰਹਿ ਰਿਹਾ, ਮੇਰਾ ਇਹ ਹੁਣ ਪਿੰਡ ਬਣ ਚੁੱਕਿਆ, ਤੇ ਪਿੰਡ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ। ਜਿਹਦੀ ਪਿੰਡ ਦੀ ਸਪੋਰਟ ਨਹੀਂ ਹੈਗੀ, ਉਹ ਸਾਰਾ ਕਿਤੇ ਵੀ ਜਾ ਕੇ ਐਮਐਲਏ ਬਣ ਜਾਵੇ। ਉਹ ਸੋ ਮੈਂ ਇਸ ਸਾਰੇ ਭਾਈਚਾਰੇ ਤੋਂ ਇਹ ਉਮੀਦ ਰੱਖੂੰਗਾ ਕਿ ਜਿਹੜੇ ਇਸ਼ੂਜ਼ ਹੁਣ ਅਸੀਂ ਲੈ ਕੇ ਆ ਰਹੇ ਹਾਂ, ਕਿਉਂਕਿ ਪੰਜਾਬ ਦੇ ਉੱਤੇ ਪੰਜਾਬੀ 'ਚ ਫਿਲਮ ਬਣਾ ਰਹੇ ਹਾਂ ਅਸੀਂ। ਮੈਂ ਬਜਟ ਤਾਂ ਹੁਣ ਦੱਸ ਨਹੀਂ ਸਕਦਾ, ਪਰ ਬਹੁਤ ਅਨਅਫੋਰਡੇਬਲ ਬਜਟ ਹੈ, ਫਿਰ ਵੀ ਅਸੀਂ ਤੁਰੇ ਹਾਂ। ਠੀਕ ਹੈ, ਅਸੀਂ ਉਸ ਥਾਂ ਤੇ ਪਹੁੰਚਣਾ ਚਾਹੁੰਦੇ ਹਾਂ ਜਿੱਥੇ ਲੋਕ ਇਹ ਕਹਿੰਦੇ ਆ ਕਿ ਜਿਹੜੀ ਸਾਊਥ ਦੀਆਂ ਫਿਲਮਾਂ ਦੇਖੋ। ਅਸੀਂ ਕਿਉਂ ਨਹੀਂ ਕਹਿ ਸਕਦੇ ਯਾਰ ਸਾਡੀਆਂ ਪੰਜਾਬੀ ਦੀ ਆਹ ਕਨਸੈਪਟ ਦੀ ਫਿਲਮ ਦੇਖੋ? ਘਰ ਦੀ ਉਦਾਹਰਨ ਦੇਤੀ ਆ ਵੀ ਮੇਰਾ ਆਪਣਾ ਭਰਾ ਹਿੰਦੀ ਤੇ ਪੰਜਾਬੀ ਸਿਨੇਮਾ ਨਹੀਂ ਦੇਖਦਾ। ਹਾਂਜੀ, ਉਹ ਕਹਿੰਦਾ ਬਾਈ ਕੁਝ ਵੀ ਨਹੀਂ ਨਾ, ਕੰਟੈਂਟ ਹੀ ਹੈ ਨਹੀਂ। ਅੱਛਾ, ਮਜ਼ੇਦਾਰ ਗੱਲ ਇਹ ਆ ਕਿ ਭਾਸ਼ਾ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ, ਪਹਿਲੀ ਦਮੇਲ ਪੰਜਾਬੀ 'ਚ, ਬਲੈਕ ਹੋਲ ਹਿੰਦੀ 'ਚ, ਵੀ ਪੰਜਾਬੀ ਧਰਾਤਲ ਤੇ, ਹਾਂਜੀ, ਸਾਡੀ ਕਮਿਊਨਿਟੀ ਨਾਲ ਰਿਲੇਟਡ ਮੁੱਦੇ ਤੇ ਆ, ਤੇ ਦੂਜੀ ਬਲੈਕ ਹੋਲ ਹਿੰਦੀ 'ਚ ਕੀਤੀ ਅਸੀਂ, ਉਹਦੀ ਵੀ ਜ਼ਰੂਰਤ ਸੀ। ਤੀਜੀ ਅਸੀਂ ਅੰਗਰੇਜ਼ੀ 'ਚ ਕੀਤੀ ਆ, ਹਾਂਜੀ। ਅਸੀਂ ਇਹ ਅੰਗਰੇਜ਼ੀ ਇਸ ਕਰਕੇ ਕੀਤੀ ਕਿ ਅਸੀਂ ਇਸ ਫੈਸਟੀਵਲ 'ਚ ਭੇਜਣ ਲੱਗੇ ਇਹਨੂੰ, ਇੱਕ ਵੱਡੇ ਫੈਸਟੀਵਲ 'ਚ। ਸੋ ਦੇਖਦੇ ਹਾਂ ਕਿੱਥੇ ਤੱਕ ਅਸੀਂ ਫਾਈਟ ਆ ਇਹ। ਤੇ ਇਹ ਇੱਕ ਹੋਰ ਹੈਗਾ ਕਿ ਜਿਹੜਾ ਫਿਲਮਾਂ ਲਾਈਨ ਦੇ ਵਿੱਚੋਂ ਆ, ਬਸ ਜਿਹੜਾ ਸੁਣਦੇ ਹੈਗੇ, ਜਿਹਨਾਂ ਨੂੰ ਸ਼ੌਕ ਆ ਗਾਉਣ ਵਜਾਉਣ ਦਾ ਜਾਂ ਫਿਲਮਾਂ ਦਾ, ਐਵੇਂ ਪੰਗਾ ਨਾ ਲਿਓ, ਕੰਮ ਆਪਣਾ ਕੋਈ ਹੋਰ ਕਰੋ, ਤੇ ਫਿਲਮ ਆਰਟ ਲਾਈਨ ਦੇ ਨਾਲ ਤੋਰਨਾ ਪੈਣਾ। ਇਹ ਜਿੱਦਾਂ ਪਾਰਟ ਟਾਈਮ ਜੌਬ ਹੈ ਤੁਹਾਡੀ, ਇਹਨੂੰ ਕਿਤੇ ਫੁੱਲ ਟਾਈਮ ਨਾ ਬਣਾ ਕੇ ਬਹਿ ਜਾਓ, ਇੱਥੇ ਬਹੁਤ ਕੰਮ ਖਰਾਬ ਹੈ। ਫਿਰ ਤੁਹਾਡੇ ਕੋਲ ਘਰ ਫੂਕਣ ਦੇ ਲਈ ਇੱਕੋ ਵਾਰੀ ਆ, ਫਿਰ ਤੁਸੀਂ ਆਪਣੇ ਆਪ ਨਹੀਂ ਫੂਕਦੇ ਆ।
ਇੱਥੇ ਡਿਸਟਰਬ ਹੋ ਕੇ ਲੋਕਾਂ ਦੀ ਇੰਡਸਟਰੀ ਛੱਡੀ ਬਹੁਤ ਹੁੰਦੇ ਆ ਹੈਗੇ ਆ। ਇੰਗਲੈਂਡ ਦੇ ਵੀ ਇੱਕ ਮਿਸਟਰ ਸਾਗੂ ਨੇ, ਹਾਂਜੀ। ਮੈਂ ਉਹਨਾਂ ਦੀ ਸਟੋਰੀ ਸੁਣੀ ਇੱਕ ਵਾਰ ਜੀ। ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਫਿਰ ਆਪਣੀ ਖਾਸ ਤੌਰ ਤੇ ਸਾਰਾ ਘਰ ਦਾ ਜਿੰਨਾ ਤਾਮਝਾਮ ਸੀ, ਇੰਗਲੈਂਡ ਦੀ ਉਹਨਾਂ ਦੀ 27-28 ਸਾਲ ਦੀ ਕਮਾਈ ਉਹ ਇਸ ਤਰ੍ਹਾਂ ਜਾਏਗੀ, ਪਰਿਵਾਰ ਵੀ ਖਿਲਰ ਗਿਆ। ਸੋ ਮੈਂ ਆਪਣੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਪੂਰੇ ਸੁਹਿਰਦ ਤਰੀਕੇ ਨਾਲ ਇਸ ਸੰਵੇਦਨਸ਼ੀਲ ਮੁੱਦੇ ਦੇ ਬਾਰੇ ਬਣੀ ਫਿਲਮ ਦੇ ਬਾਰੇ ਜਾਣਕਾਰੀ ਦੇ ਦਿਆਂ, ਯਾਦ ਕਰਵਾ ਦਿਆਂ। ਵੀਰ ਮੁਖਤਿਆਰ ਸਿੰਘ ਇਸ ਦੇ ਵਿੱਚ ਲੀਡ ਰੋਲ ਐਕਟਰ ਨੇ, ਹੈਰੀ ਹੁੰਦਲ ਤੇ ਨਾਲ MJ ਵਰੀਜ਼। ਸਟੋਰੀ, ਸਕਰੀਨ ਪਲੇ ਤੇ ਡਾਇਰੈਕਸ਼ਨ ਇਸ ਦਾ ਸਾਡੇ ਵੀਰ ਕੈਂਪ ਸ਼ਰਮਾ ਹੋਣਾ ਨੇ ਕੀਤਾ। ਤੇ ਇਹ ਬੱਚੇ ਦਾ ਜਿਹੜਾ ਉਹਦੇ ਉਹ ਮੈਂ ਭੁੱਲ ਗਿਆ, ਸੌਰੀ, ਉਹ ਮੇਰਾ ਬੇਟਾ ਹੀ ਹੈ ਜੀ। ਕਿਆ ਬਾਤ ਹੈ, ਠੀਕ ਹੈ। ਉਹਦੇ ਸਿੰਘ ਦਾ ਜਿਹੜਾ ਅਸੀਂ ਇੱਕ ਸਿੱਖ ਬੱਚਾ ਦਿਖਾਇਆ ਜਿਹਦਾ ਐਕਚੁਅਲ ਦੇ ਵਿੱਚ ਤਸ਼ੱਦਦ ਹੋ ਰਿਹਾ ਪੁਲਿਸ ਵੱਲੋਂ, ਉਹ ਅਸੀਂ ਉਹਦੇ ਸਿੰਘ ਨੂੰ ਲਿਆ। ਉਹਦੇ ਹਾਂ ਜਿਹਦੇ ਉਹ ਮੇਰਾ ਚਾਈਲਡਹੁੱਡ ਵਰਜਨ ਹੈ। ਵੈਰੀ ਗੁੱਡ। ਸੋ we all are parts of we all are the same experiment. We all parts of the same experiment. ਫਿਰ ਡੱਡੂ ਨੂੰ ਕੱਲ ਕਹਿ ਰਹੇ ਹਾਂ ਅਸੀਂ ਵੀ ਹਾਂ, ਸੰਵਾਦ ਜਿਹੜਾ ਇੱਕ ਵਿਗਿਆਨੀ ਦਾ ਆ, ਉਹ ਕਹਿ ਰਿਹਾ ਵੀ ਇਸ ਸਿਸਟਮ ਦਾ ਅਸੀਂ ਦੋਨੋਂ ਹਿੱਸਾ ਆ, ਮੈਂ ਵੀ ਕੱਟਿਆ ਵੱਢਿਆ ਗਿਆ, ਤੈਨੂੰ ਹੁਣ ਮੈਂ ਕੱਢ ਰਿਹਾ। ਸੋ ਇਹ ਹੈ ਇਸ ਕਨਸੈਪਟ ਦਾ। ਤੇ ਉਹ ਰਿਪੀਟੇਟਿਵ ਜਿਹੜੀ ਕੰਪਲਸ਼ਨ ਹੈ ਉਹਨੂੰ ਉਹ ਬਾਰ-ਬਾਰ ਇਹ ਉਹਨੂੰ ਕਰ ਰਹੀ ਆ ਕਿ ਤੂੰ ਇਹਨੂੰ ਦੁਬਾਰਾ ਇਹਨਾਂ ਗੱਲ ਕਰ ਤੇ ਇਹਦੇ ਤੇ ਉਹ ਜ਼ੁਰਮ ਕਰ ਜਿਹੜਾ ਤੇਰੇ ਨਾਲ ਹੋਇਆ। ਔਰ ਇੱਕ ਤੁਹਾਨੂੰ ਮੈਂ ਗੱਲ ਦੱਸਦਾ, ਤੁਸੀਂ ਸਵੇਰੇ ਮੰਨ ਲਓ ਘਰ ਵਾਲੀ ਲੜ ਪਏ ਨਾ, ਤੁਹਾਡੇ ਕੰਮ ਤੇ ਬਹੁਤ ਪ੍ਰਭਾਵ ਰਹਿੰਦਾ। ਤੁਸੀਂ ਕਿਸੇ ਟਾਈਮ ਤੇ ਮੈਂਟਲੀ ਅਪਸੈਟ ਹੁੰਦੇ ਆ, ਰਿਟਾਇਰ ਵੀ ਹੁੰਦੇ ਆ ਉਸੇ ਟਾਈਮ 'ਚ। ਇਹ ਕਈ ਵਾਰ ਆਪਾਂ ਨੂੰ ਪਤਾ ਲੱਗਦਾ। ਸੋ ਜਿਹੜਾ ਮੈਂਟਲ ਇਸ਼ੂ ਆ ਉਹਨੂੰ ਬਹੁਤ ਲੁਕੋ ਕੇ ਸਾਡੀ ਸੋਸਾਇਟੀ ਰੱਖਿਆ ਜਾਂਦਾ, ਇਹ ਵੀ ਇੱਕ ਇਸ਼ੂ ਆ। ਸੋ ਕਿੰਨੀ ਚੰਗੀ ਗੱਲ ਆ ਕਿ ਮੇਰੀ ਘਰ ਵਾਲੀ ਮੇਰੇ ਲੜਦੀ ਨਹੀਂ। ਹਾਂਜੀ। ਸੋ ਮੇਰਾ ਕਹਿਣ ਦਾ ਮਤਲਬ ਵੀ ਜਿਹੜਾ ਮੈਂਟਲ ਇਸ਼ੂ ਆ ਨਾ ਸਾਡਾ, ਮੈਂਟਲ ਇਸ਼ੂ ਨੂੰ ਲੁਕੋ ਕੇ ਰੱਖਿਆ ਜਾਂਦਾ ਸਾਡੀ ਸੋਸਾਇਟੀ 'ਚ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਸਾਡੀ ਕਦੀ ਰਿਲੇਸ਼ਨਸ਼ਿਪ ਤੇ ਖੁੱਲ ਕੇ ਗੱਲ ਨਹੀਂ ਹੁੰਦੀ, ਕਦੀ ਸੈਕਸ਼ੂਅਲ ਪ੍ਰੋਬਲਮ ਤੇ ਨਹੀਂ ਹੁੰਦੀ, ਕਿਤੇ ਮੈਂਟਲ ਪ੍ਰੋਬਲਮ ਤੇ ਹੁੰਦੀ, ਤੁਹਾਡੇ ਫਿਜ਼ੀਕਲ ਪ੍ਰੋਬਲਮ ਆਇਆ ਤੁਹਾਡੇ 'ਚ। ਆਪਸ ਵਿੱਚ ਜਿਨਸੀ ਸੰਬੰਧਾਂ ਤੇ ਗੱਲ ਨਹੀਂ ਕਰਦੇ ਜੀ, ਬਿਲਕੁਲ ਨਹੀਂ ਕਰਦੇ, ਕਿਉਂਕਿ ਸਾਡਾ ਜਿਹੜਾ ਉਹਦੇ 'ਚ ਸਾਨੂੰ ਇਹ ਮੰਨਿਆ ਜਾਂਦਾ ਵੀ ਇਹ ਕਰੈਕਟਰ ਦੇ ਉੱਤੇ ਆ ਜਾਂਦਾ ਉਸੇ ਵੇਲੇ। ਇੱਥੇ ਜਿਹੜਾ ਹੈਗਾ, ਤੁਸੀਂ ਸਕੂਲਾਂ ਦੇ ਵਿੱਚ ਦੀ ਵਿੱਦਿਆ ਦਿੱਤੀ ਜਾਂਦੀ ਹੈ, ਇਹਨੂੰ ਐਜੂਕੇਟ ਕੀਤਾ ਜਾਂਦਾ ਬੱਚਿਆਂ ਨੂੰ, ਸਾਡਿਆਂ ਨੂੰ। ਹੁਣ ਜਿਹੜੇ ਤੁਹਾਡੇ ਬੱਚੇ ਉੱਥੇ ਜਾਂਦੇ ਆ, ਉਹ ਸਾਰਾ ਕੁਝ ਪਤਾ ਉਹਨਾਂ ਨੂੰ ਪਾਰਟਨਰਸ਼ਿਪ ਦਾ ਪਤਾ ਉਹਨਾਂ ਨੂੰ। ਜਦੋਂ ਉਹਨਾਂ ਨੂੰ ਗੁੱਡ ਟੱਚਿੰਗ, ਬੈਡ ਟੱਚਿੰਗ ਦੱਸ ਦਿੱਤਾ ਗਿਆ, ਹੁਣ ਵੀ ਅਸੀਂ ਟੀਨੇਜਰ ਬੱਚਿਆਂ ਨੂੰ ਮੈਂਟਲ ਹੈਲਥ ਇਸ਼ੂਜ਼ ਦੇ ਉੱਤੇ ਵਰਕਸ਼ਾਪ ਲਾਉਣਾ ਜੀ। ਮੈਂ ਐਂਟੀ ਬੁਲਿੰਗ ਦੇ ਜਿਹੜੇ ਵੀ ਅਲੱਗ-ਅਲੱਗ ਰੂਪ ਨੇ ਉਹਨਾਂ ਦੇ ਉੱਤੇ ਚਰਚਾ ਕਰੀਦੀ ਆ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਆ, ਤਸੱਲੀ ਇਸ ਗੱਲ ਦੀ ਆ ਮੁਖਤਿਆਰ ਜੀ, ਕਿ ਚਾਹੇ ਤੁਹਾਡੇ ਜ਼ਰੀਏ, ਚਾਹੇ ਵੱਖ-ਵੱਖ ਜਿਹੜੀਆਂ ਬਾਕੀ ਏਜੰਸੀਜ਼ ਨੇ ਉਹ ਆਪੋ ਆਪਣੇ ਫਰਜ਼ ਅਦਾ ਕਰ ਰਹੀਆਂ, ਇਹ ਕਿਤੇ ਨਾ ਕਿਤੇ ਗੱਲ ਹੋਣੀ ਸ਼ੁਰੂ ਹੋ ਗਈ। ਇਹ ਇੱਕ ਸ਼ੁਭ ਸ਼ਗਨ। ਹਾਂਜੀ, ਇਹਦੀ ਸਾਈਕੀ ਮੈਂ ਤੁਹਾਨੂੰ ਦੱਸ ਦਿੰਦਾ, ਆਪਾਂ ਫਿਰ ਕਿਉਂਕਿ ਟਾਈਮ ਥੋੜਾ ਘੱਟ ਹੈ। ਸਿਗਮੰਡ ਫਰਾਇਡ ਨੂੰ ਜਿਹਨੂੰ ਅਸੀਂ ਕੋਟ ਕੀਤਾ ਇਸ ਫਿਲਮ ਦੇ ਵਿੱਚ, ਸਿਗਮੰਡ ਫਰਾਇਡ ਕਹਿੰਦਾ ਆ ਕਿ ਉਹਦਾ ਇੱਕ ਕਿਤਾਬ ਹੈ, ਸੱਭਿਆਚਾਰ ਵਾਰਿਆ ਜਾਂ ਸ਼ਰਾਪ ਹੈ ਤੁਹਾਡੇ ਤੇ। ਸੱਭਿਆਚਾਰ ਦੇ ਹੇਠਾਂ ਤੁਹਾਨੂੰ ਬਹੁਤ ਕਿਹੜੀਆਂ ਕ੍ਰਿਤੀਆਂ ਆਉਂਦੀਆਂ, ਤੁਹਾਨੂੰ ਦੱਬਿਆ ਜਾਂਦਾ, ਉਹ ਲਪੇਟੀ ਜਾਂਦੀ। ਔਰ ਅਸੀਂ ਤਾਂ ਨਾਲੀ ਦੇ ਚੱਕੀ ਫਿਰਦੇ ਹਾਂ ਇੱਥੇ। ਤੇ ਜਦੋਂ ਸਾਡੇ ਬੱਚੇ ਇਹ ਕ੍ਰਿਤੀਆਂ ਇਸ ਲਿਮਟ ਤੋਂ ਬਾਹਰ ਹੁੰਦੇ ਆ, ਜਦ ਤੋੜ ਕੇ ਜਾਂਦੇ ਆ, ਉਹ ਸਾਡੇ ਤੇ ਵਾਗੀ ਹੋ ਜਾਂਦੇ ਆ, ਤੇ ਫਿਰ ਸਾਨੂੰ ਗੁੱਸਾ ਆਉਂਦਾ। ਫਿਰ ਅਸੀਂ ਕੀ ਜਾਂਦੇ ਆ, ਹਾਏ ਅਸੀਂ ਕੀ ਕੀਤਾ ਇੱਥੇ ਆ ਕੇ। ਹਾਂ, ਸਾਰਾ ਕੁਝ ਗਵਾਇਆ ਨਹੀਂ ਹੈ। ਤੁਸੀਂ ਇੱਕ ਚੰਗਾ ਪ੍ਰੋਡਕਟ ਜਿਹੜਾ ਆ ਉਹ ਸਮਾਜ ਨੂੰ ਦੇ ਕੇ ਚੱਲੇ। ਹਾਂਜੀ, ਸੋ ਸਾਡੇ ਬਾਬੇ ਵਾਰੀ ਸਾਡੇ ਡੈਡੀ ਨਾਲ ਇਹ ਗੱਲੋਂ ਬਹਿਸ ਹੋ ਗਈ ਵੀ ਲੈ ਵੀ ਰਾਣੀ ਦੇ ਵਿਆਹ 'ਚ ਆਪਾਂ ਰੁਮਾਲੀ ਰੋਟੀ ਦੇਣੀ ਆ ਕਿ ਪੂਰੀਆਂ ਦੇਣੀਆਂ। ਹਾਂਜੀ, ਤੇ ਜੇ ਅੱਗੋਂ ਮੇਰੇ ਨਾਲ ਬਾਪੂ ਦੀ ਬਹਿਸ ਇਸ ਗੱਲੋਂ ਹੋ ਜਾਂਦੀ ਆ ਵੀ ਤੰਦੂਰ ਵਾਲੀਆਂ ਰੋਟੀਆਂ ਦੇਣੀਆਂ, ਉਹ ਕਹਿੰਦਾ ਨਹੀਂ ਪੂਰੀਆਂ ਦੇਣੀਆਂ। ਹਾਂ, ਤੇ ਜੇ ਹੁਣ ਆਪਾਂ ਬਿਲਕੁਲ ਜੇ ਜਿਹੜੀ ਅਸੀਂ ਪੰਜਾਬੀ ਦੀ ਫੀਚਰ ਫਿਲਮ ਦੀ ਗੱਲ ਤੁਹਾਨੂੰ ਉਹ ਮੈਂਸ਼ਨ ਕਰਨੀ ਰਹਿ ਗਈ ਸੀ, ਜਿਹੜੀ ਆਪਾਂ ਗੱਲਬਾਤ ਕਰਨੀ ਸੀ, ਉਹ ਇਸ ਤਰ੍ਹਾਂ ਸੀ ਕਿ ਜਿਹੜੇ ਇਸ਼ੂਜ਼ ਪੰਜਾਬ ਚ ਲਾ ਲਓ, ਹਿੰਦੁਸਤਾਨ ਚ ਲਾ ਲਓ, ਜਾਂ ਭਾਰਤ ਤੇ ਦੁਨੀਆ ਤੇ ਲਾ ਲਓ, ਉਹਨਾਂ ਦੇ ਇਸ਼ੂਜ਼ ਜਿਹੜੇ ਆ ਉਹ ਸੁਣੇ ਨਹੀਂ ਜਾਂਦੇ। ਠੀਕ ਹੈ। ਉਹ ਇੱਕ ਗਰੁੱਪ ਇਹੋ ਜਿਹਾ ਪੈਦਾ ਹੁੰਦਾ ਜਿਹੜਾ ਫਿਰ ਉਹ ਸੁਣਾਉਂਦਾ ਆਪਣੇ ਤਰੀਕੇ ਨਾਲ। ਇਹ ਫਿਲਮ ਹੈ। ਮੇਰੇ ਲਈ ਇਹ ਲਿਖਣੀ ਬਹੁਤ ਮੁਸ਼ਕਿਲ ਸੀ, ਜਿਹਦੇ ਚ 14-15 ਤਾਂ ਆਈਡੀਓਲੋਜੀਆਂ ਪੜ੍ਹਨੀਆਂ ਪਈਆਂ ਪਹਿਲਾਂ ਪੰਜਾਬ ਦੇ, ਫਿਰ ਇਤਿਹਾਸ ਨੂੰ ਪੜ੍ਹਨਾ, ਜਜ਼ਬਾਤਾਂ ਨੂੰ ਤੁਸੀਂ ਐਕਸਪ੍ਰੈਸ ਕਿਵੇਂ ਕਰਦੇ। ਹਾਂਜੀ, ਫਿਰ ਤੁਸੀਂ ਲਿਖਣ ਦੇ ਲਈ ਤੁਹਾਡੇ ਕੋਲ ਤੁਹਾਡੇ ਕੋਲ ਸੋਸ਼ਲ ਇੰਜੀਨੀਅਰਿੰਗ ਹੋਣੀ ਬਹੁਤ ਜ਼ਰੂਰੀ ਆ, ਤੇ ਨਾਲ ਚਾਹ ਦਾ ਕੱਪ ਵੀ ਚਾਹੀਦਾ ਤੁਹਾਨੂੰ ਖਾਸ ਤੌਰ ਤੇ। ਹਾਂਜੀ, ਬਿਲਕੁਲ। ਫਿਰ ਤੁਹਾਨੂੰ ਥੋੜਾ ਕਨਸੈਂਟਰੇਟ। ਔਰ ਕਮਾਲ ਦੀ ਗੱਲ ਹੈ ਕਿ ਜਿਹੜੀ ਅਸੀਂ ਉਹ ਫਿਲਮ ਮੈਂ ਪੂਰੀ ਕਰਕੇ ਭੇਜੀ ਆ, ਤਾਂ ਇੱਥੋਂ ਮੈਂ ਚੁੱਪ ਕਰਕੇ ਪਹਿਲਾਂ ਟਾਪੂ ਗਿਆ, ਕਿਸੇ ਨੂੰ ਪਤਾ, ਘਰਦਿਆਂ ਨੂੰ ਪਤਾ। ਉੱਥੇ ਲਿਜਾ ਕੇ ਮੈਂ 3 ਦਿਨ ਰਿਹਾ, 3 ਰਾਤਾਂ ਦੇ 3 ਦਿਨ ਫਾਈਨਲਾਈਜ਼ ਮੈਂ ਉੱਥੇ ਜਾ ਕੇ ਕੀਤਾ। ਉੱਥੇ ਉਹ ਬੇਬੇ ਕੋਲੋਂ ਮੈਂ ਕਮਰਾ ਲੈ ਲਿਆ, ਉਹਦੇ ਕੋਲ ਕੁੱਤਾ ਸੀ, ਇੱਕ ਆਪ ਸੀ ਵਿਚਾਰੀ ਬਜ਼ੁਰਗ, ਤੇ ਉਹਨੂੰ ਕਹਿੰਦਾ ਤੂੰ ਆਪਣਾ ਹੁਣ ਕਮਰਾ ਦੇ ਦੇ।
ਇਦਾਂ ਲਿਖਿਆ ਜਾਂਦਾ ਸੀ ਫਿਰ। ਹਾਂ ਇਦਾਂ ਜੇ ਤੁਸੀਂ ਇਸ ਔਕਲੈਂਡ 'ਚ ਬਹਿ ਕੇ ਲਿਖਣਾ ਤਾਂ ਤੁਹਾਡੇ ਵਰਗੇ ਨਹੀਂ ਹਟਦੇ ਜੀ, ਕੀ ਕਰੀਏ ਟੈਕਸ ਮਾਰੀ ਜਾਂਦੇ ਆ। ਫਿਰ ਇਸ ਕਰਕੇ ਅਗਿਆਤ ਪਾਸ ਜਾਣਾ ਪਿਆ। ਸੋ ਇਹ ਇਦਾਂ ਫੋਕਸ ਹੁੰਦੀਆਂ ਇਹ ਸਾਰੀਆਂ ਚੀਜ਼ਾਂ। ਇਟ ਇਜ਼ ਨਾਟ ਦੈਟ ਈਜ਼ੀ। ਹੁਣ ਜਦੋਂ ਆਹ ਫਿਲਮ ਅਸੀਂ ਕਰ ਰਹੇ ਸੀ 2 ਵਜੇ ਛੁੱਟੀ ਕਰਕੇ ਆਉਣਾ, ਜਾ ਕੇ ਫਟਾਫਟ ਮੂੰਹ ਧੋਣਾ, ਉਸ ਤੋਂ ਬਾਅਦ ਪ੍ਰੈਕਟਿਸ ਕਰਨੀ, ਕੈਮਰੇ ਫਿੱਟ ਕਰਨੇ, ਲਾਈਟਾਂ ਫਿੱਟ ਕਰਨੀਆਂ, ਠੀਕ ਹੈ, ਸਾਰਾ ਕੁਝ ਆਪਣੇ ਹੱਥੀਂ ਕੀਤਾ ਸੀ, ਠੀਕ ਹੈ। ਉਸ ਤੋਂ ਬਾਅਦ ਫਿਰ ਡਾਇਲੋਗ ਡਿਲੀਵਰੀ ਹੋਈ ਨਹੀਂ, ਫਿਰ ਰੀਟੇਕ। ਔਰ ਸਭ ਤੋਂ ਔਖਾ ਕੰਮ ਇਹਦੇ ਵਿੱਚ ਮੈਨੂੰ ਪਤਾ ਕੀ ਲੱਗਿਆ, ਕਿਸੇ ਐਨੀਮਲ ਨਾਲ, ਰੈਪਟਾਈਲ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਉਸ ਤੋਂ ਬਾਅਦ ਥੋੜੀ ਐਕਸਪ੍ਰੈਸ਼ਨ ਵੀ ਦੇਣੇ ਆ, ਫਿਰ ਹੱਥ 'ਚ ਤੁਹਾਡੇ ਡੱਡੂ ਫੜੇ ਹੋਏ ਆ, ਲਾਈਵ ਡੱਡੂ ਫੜੇ ਹੋਏ ਆ। ਬਿਲਕੁਲ ਸਹੀ। ਮਤਲਬ ਤੁਸੀਂ ਕਿਸ ਤਰ੍ਹਾਂ ਐਕਟ ਕਰੋਗੇ, ਇਟ ਇਜ਼ ਨਾਟ ਦੈਟ ਈਜ਼ੀ ਪ੍ਰੋਜੈਕਟ ਜਿਹੜਾ ਅਸੀਂ ਕਰ ਰਹੇ ਹਾਂ ਜੀ। ਦੋਸਤੋ ਗੱਲਾਂ ਹੋਈਆਂ ਫਰੋਗੀ ਹੂਸ਼ ਫਿਲਮ ਦੇ ਬਾਰੇ, ਜਿਹੜੀਆਂ ਕਿ ਹਾਲ ਦੀ ਘੜੀ ਇੰਗਲਿਸ਼ ਫਿਲਮ ਦੇ ਵਿੱਚ ਹੈ, ਲੇਕਿਨ ਜ਼ਬਾਨ ਕਿਸੇ ਵੀ ਸੰਵੇਦਨਸ਼ੀਲਤਾ ਦੇ ਲਈ ਕਦੇ ਵੀ ਬੈਰੀਅਰ ਨਹੀਂ ਹੋ ਸਕਦੀ। ਜਿਵੇਂ ਖੁਸ਼ਬੂਆਂ ਦਾ ਕੋਈ ਦੇਸ਼ ਨਹੀਂ, ਗਾਇਕੀ ਦੀ ਕੋਈ ਸਰਹੱਦ ਨਹੀਂ, ਇਸੇ ਤਰ੍ਹਾਂ ਆਪਣੇ ਦਿਲ ਦੇ ਵਲਵਲੇ, ਆਪਣੇ ਜਜ਼ਬਾਤਾਂ ਨੂੰ ਐਕਸਪ੍ਰੈਸ ਕਰਨ ਦੇ ਲਈ ਜੇਕਰ ਇਸ ਜ਼ਬਾਨ ਦੇ ਵਿੱਚ ਵਿਸ਼ਵ ਵਿਆਪੀ ਹੋ ਜਾਣਾ ਸਾਡੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਫਰੋਗੀ ਹੂਸ਼ ਇਸ ਫਿਲਮ ਦਾ ਨਾਂ, ਜਿਹੜਾ ਜਿਸ ਦੇ ਵਿੱਚ ਸਟੋਰੀ, ਸਕਰੀਨ ਪਲੇ ਤੇ ਡਾਇਰੈਕਸ਼ਨ ਸਾਡੇ ਵੀਰ ਕੈਂਪ ਸ਼ਰਮਾ, ਲੀਡ ਰੋਲ ਐਕਟਰ ਮੁਖਤਿਆਰ ਸਿੰਘ, ਨਾਲ ਹੈਰੀ ਹੁੰਦਲ, MJ ਵਰੀਸ ਤੇ ਉਦੈ ਸਿੰਘ ਜਿਹੜੇ ਨੇ ਇਸ ਫਿਲਮ ਦੇ ਵਿੱਚ ਤੁਹਾਨੂੰ ਪ੍ਰਮੁੱਖ ਅਦਾਕਾਰੀ ਦੇ ਰੋਲ ਕਰਦੇ ਨਜ਼ਰ ਆਉਣਗੇ। ਸੋ ਇਸ ਫਿਲਮ ਨੂੰ ਜਲਦੀ, ਜਿਵੇਂ ਮੁਖਤਿਆਰ ਖਾਨ ਨੇ ਵਾਅਦਾ ਕੀਤਾ ਕਿ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਵਾਂਗੇ, ਸਿਨੇਮੇ ਦੇ ਵਿੱਚ ਪ੍ਰੋਪਰ ਏਸੀ ਸਕਰੀਨਿੰਗ ਹੋਵੇ ਵੱਡੀ ਸਕਰੀਨ ਦੇ ਉੱਤੇ, ਤੇ ਇਸ ਦੇ ਲਈ ਵੱਖ-ਵੱਖ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਦੇ ਉੱਤੋਂ ਇਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇਗਾ। ਬਕਾਇਦਾ ਐਡਵਾਂਸ ਬੁਕਿੰਗ ਦੇ ਵਿੱਚ ਜਿਹੜੇ ਪਾਸਿਸ ਨੇ, ਨੰਬਰਸ ਆਫ ਪਾਸਿਸ ਕਿੰਨੇ ਤੁਹਾਨੂੰ ਚਾਹੀਦੇ ਨੇ, ਉਹਦੀ ਗੱਲਬਾਤ ਜਿਹੜੀ ਹੈ ਉਹ ਅਲੱਗ-ਅਲੱਗ ਮੀਡੀਆ ਅਦਾਰੇ ਜਿਹੜੇ ਨੇ ਉਹ ਉਸ ਨੂੰ ਕੰਪਾਈਲ ਕਰਨਗੇ, ਤੇ ਫਿਰ ਇਸ ਨੂੰ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਅਸੀਂ ਵੀ ਦੇਖਾਂਗੇ, ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਇਹ ਗੱਲਾਂ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਕਹੀਆਂ ਜਾਣ, ਸੁਣੀਆਂ ਜਾਣ। ਲਾਜ਼ਮ ਹੈ ਕਿ ਸੰਵਾਦ ਜਿਹੜਾ ਉਹ ਲਗਾਤਾਰਤਾ ਦੇ ਨਾਲ ਬਰਕਰਾਰ ਰਹੇ। ਮੁਖਤਿਆਰ ਜੀ, ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ, ਤੇ ਮੈਂ ਉਮੀਦ ਕਰਦਾ ਕਿ ਫੀਚਰ ਫਿਲਮ ਜਦੋਂ ਪ੍ਰੋਡਕਸ਼ਨ ਫਲੋਰ ਦੇ ਉੱਤੇ ਆਏਗੀ ਉਦੋਂ ਫਿਰ ਆਪਾਂ ਰਲ ਕੇ ਇਸ ਵਿਸ਼ੇ ਉੱਤੇ ਜ਼ਰੂਰ ਦੁਬਾਰਾ ਗੱਲ ਕਰਾਂਗੇ ਜੀ। ਧੰਨਵਾਦ ਬਹੁਤ ਬਹੁਤ। Subscribe now and press the bell icon. Never miss an update.